ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ। ਇਹ ਭਾਰਤੀ ਰਾਜਨੀਤਿਕ ਪ੍ਰਣਾਲੀ ਦਾ ਬਹੁਤ ਹੀ ਮਹੱਤਵਪੂਰਨ ਕੁਐਸਚਨ ਹੈ। ਸੰਵਿਧਾਨ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਗਿਣੀਆਂ ਜਾ ਸਕਦੀਆਂ ਹਨ, ਪਰੰਤੂ ਇੱਥੇ ਅਸੀਂ ਕੇਵਲ ਉਹਨਾਂ ਵਿਸ਼ੇਸ਼ਤਾਵਾਂ ਤੇ ਹੀ ਚਰਚਾ ਕਰਾਂਗੇ ਜਿਨ੍ਹਾਂ ਦਾ ਅਧਿਐਨ ਕਰਨ ਤੋਂ ਬਾਅਦ ਥੋੜੇ ਹੀ ਸਮੇਂ ਦੇ ਵਿੱਚ ਸਾਨੂੰ ਇਹ ਅੰਦਾਜ਼ਾ ਹੋ ਜਾਵੇ ਕਿ ਭਾਰਤੀ ਰਾਜਨੀਤਿਕ ਪ੍ਰਣਾਲੀ ਦਾ ਸਰੂਪ ਕਿਸ ਤਰ੍ਹਾਂ ਦਾ ਹੈ, ਭਾਰਤ ਦਾ ਸੰਵਿਧਾਨ ਹੈ ਜੋ ਉਸ ਦੀ ਨੇਚਰ ਕਿਸ ਤਰ੍ਹਾਂ ਦੀ ਹੈ। ਸੰਵਿਧਾਨ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਕਹੀ ਜਾ ਸਕਦੀ ਹੈ ਕਿ ਲਿਖਤੀ ਹੈ ਅਤੇ ਬਹੁਤ ਜ਼ਿਆਦਾ ਵਿਸਥਾਰ ਵਿੱਚ ਹੈ। ਇਸ ਦੇ ਵਿਸਥਾਰ ਦਾ ਅੰਦਾਜ਼ਾ ਅਸੀਂ ਇਸ ਤੱਥ ਤੋਂ ਲਗਾ ਸਕਦੇ ਹਾਂ ਕਿ ਇਸ ਦਾ ਜੋ ਮੁੱਖ ਭਾਗ ਹੈ, ਮੇਨ ਬੋਡੀ ਹੈ ਕਨਸਟੀਟਿਊਸ਼ਨ ਦੀ, ਉਸ ਨੂੰ 22 ਭਾਗਾਂ ਵਿੱਚ ਵੰਡਿਆ ਗਿਆ ਹੈ। ਨੰਬਰਿੰਗ 22 ਤੱਕ ਹੈ, ਪਰੰਤੂ ਜੇ ਇਕੱਲੇ ਨੂੰ ਅਸੀਂ ਗਿਣੀਏ ਜਿਹੜੇ ਬਾਅਦ ਵਿੱਚ ਭਾਗ ਐਡ ਕੀਤੇ ਨੇ ਤਾਂ ਇਹਨਾਂ ਦੀ ਗਿਣਤੀ 25 ਬਣ ਜਾਂਦੀ ਹੈ। ਇਸ ਤੋਂ ਬਿਨਾਂ ਇਹ ਜਿਹੜੇ 22 ਭਾਗ ਨੇ ਇਹਨਾਂ ਨੂੰ ਅੱਗੇ 395 ਆਰਟੀਕਲ ਦੇ ਵਿੱਚ ਵੰਡਿਆ ਗਿਆ ਹੈ। ਨੰਬਰਿੰਗ ਇਹਨਾਂ ਦੀ ਵੀ 395 ਤੱਕ ਹੈ, ਪਰੰਤੂ ਜੇ ਇਕੱਲੇ ਨੂੰ ਗਿਣਿਆ ਜਾਵੇ ਤਾਂ ਅੱਜ ਇਹਨਾਂ ਦੀ ਗਿਣਤੀ 467 ਬਣ ਜਾਂਦੀ ਹੈ। 22 ਭਾਗਾਂ ਦੇ ਪਿੱਛੇ 12 ਅਨੁਸੂਚੀਆਂ ਹਨ। ਇਸ ਤਰ੍ਹਾਂ ਜਿਹੜਾ ਸੰਵਿਧਾਨ ਹੈ ਸਾਡਾ ਕਾਫੀ ਜ਼ਿਆਦਾ ਵਿਸਥਾਰ ਵਿੱਚ ਹੈ। ਇਸ ਦੇ ਬਹੁਤ ਜ਼ਿਆਦਾ ਵਿਸਥਾਰਿਤ ਹੋਣ ਦਾ ਕਾਰਨ ਇਹ ਹੈ ਕਿ ਜਦੋਂ ਸੰਵਿਧਾਨ ਬਣਾਇਆ ਜਾ ਰਿਹਾ ਸੀ ਉਸ ਸਮੇਂ ਸਾਡੇ ਸਮਾਜਿਕ ਹਾਲਾਤ, ਰਾਜਨੀਤਿਕ ਹਾਲਾਤ ਬਹੁਤ ਜ਼ਿਆਦਾ ਉਥਲ-ਪੁਥਲ ਵਾਲੇ ਸੀ। ਬਰਤਾਨਵੀ ਭਾਰਤ ਅਤੇ ਰਿਆਸਤੀ ਭਾਰਤ, ਇਹਨਾਂ ਨੂੰ ਰਾਜਨੀਤਿਕ ਏਕਤਾ ਦੇ ਵਿੱਚ ਪਰੋਣ ਦੀ ਜ਼ਰੂਰਤ ਸੀ, ਕਿਉਂਕਿ ਜਦੋਂ ਅੰਗਰੇਜ਼ ਭਾਰਤ ਨੂੰ ਛੱਡ ਕੇ ਗਏ ਨੇ ਤਾਂ ਭਾਰਤ ਦਾ ਨਕਸ਼ਾ 2 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਇਸ ਦੇ ਤਕਰੀਬਨ 23-24% ਜੋ ਪਾਪੂਲੇਸ਼ਨ ਹੈ ਉਹ ਦੇਸੀ ਰਿਆਸਤਾਂ 'ਚ ਰਹਿੰਦੀ ਸੀ। ਬਾਕੀ ਦੀ ਜੋ 76% ਪਾਪੂਲੇਸ਼ਨ ਹੈ, 76 ਜਾਂ 70%, ਉਹ ਬਰਤਾਨਵੀ ਭਾਰਤ ਵਿੱਚ ਰਹਿੰਦੀ ਸੀ। ਜਦੋਂ ਅੰਗਰੇਜ਼ ਛੱਡ ਕੇ ਗਏ ਤਾਂ ਉਸ 2 ਤਰ੍ਹਾਂ ਦੇ ਯੂਨਿਟਾਂ ਨੂੰ ਇਕੱਠਾ ਕਰਨਾ, ਏਕਤਾ ਦੀ ਲੜੀ ਵਿੱਚ ਪਰੋਣਾ, ਵੱਖੋ ਵੱਖਰੇ ਭਾਸ਼ਾਵਾਂ ਵਾਲੇ ਲੋਕਾਂ ਨੂੰ, ਵੱਖੋ ਵੱਖਰੇ ਖੇਤਰਾਂ ਦੇ ਲੋਕਾਂ ਨੂੰ, ਵੱਖੋ ਵੱਖਰੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਏਕਤਾ ਦੀ ਲੜੀ ਦੇ ਵਿੱਚ ਪਰੋਣ ਲਈ ਕਾਫੀ ਜ਼ਿਆਦਾ ਵਿਵਸਥਾਵਾਂ ਸੰਵਿਧਾਨ ਦੇ ਵਿੱਚ ਕੀਤੀਆਂ ਗਈਆਂ ਨੇ, ਜਿਹੜੀਆਂ ਕਿ ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਸੰਵਿਧਾਨ ਦੇ ਵਿੱਚ ਅਕਸਰ ਸਾਨੂੰ ਨਹੀਂ ਮਿਲਦੀਆਂ। ਇਸ ਤੋਂ ਬਿਨਾਂ ਭਾਰਤ ਇੱਕ ਸੰਘੀ ਰਾਜ ਹੈ, ਭਾਵ ਸਾਡੇ ਤੇ 2 ਸਰਕਾਰਾਂ ਹਨ, ਇੱਕ ਕੇਂਦਰ ਦੀ ਸਰਕਾਰ, ਇੱਕ ਆਪਣੇ ਰਾਜ ਦੀ ਸਰਕਾਰ। ਜਿੱਥੇ ਸੰਘੀ ਰਾਜ ਹੁੰਦਾ ਹੈ ਅਕਸਰ ਰਾਜਾਂ ਦੇ ਆਪਣੇ ਵੱਖਰੇ ਸੰਵਿਧਾਨ ਹੁੰਦੇ ਹਨ, ਪਰੰਤੂ ਭਾਰਤ ਦੇ ਵਿੱਚ ਰਾਜਾਂ ਦਾ ਜੋ ਪੂਰਾ ਪ੍ਰਸ਼ਾਸਨਿਕ ਢਾਂਚਾ ਹੈ, ਈਵਨ ਕਿ ਪੰਚਾਇਤਾਂ ਦਾ, ਮਿਊਨਿਸਪੈਲਿਟੀਜ਼ ਦਾ ਢਾਂਚਾ ਹੈ ਉਹ ਵੀ ਸਾਡੇ ਮੁੱਖ ਸੰਵਿਧਾਨ ਦੇ ਵਿੱਚ ਹੀ ਦਰਜ ਹੈ। ਇਸ ਲਈ ਸਾਡਾ ਸੰਵਿਧਾਨ ਹੈ ਜਿਹੜਾ ਇਹਨਾਂ ਸਾਰੇ ਕਾਰਨਾਂ ਕਰਕੇ ਕਾਫੀ ਜ਼ਿਆਦਾ ਲੰਬਾ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਲੰਮਾ ਸੰਵਿਧਾਨ ਮੰਨਿਆ ਜਾਂਦਾ ਹੈ। ਦੂਸਰੀ ਵਿਸ਼ੇਸ਼ਤਾ ਹੈ ਕਿ ਇਸ ਦਾ ਆਰੰਭ ਪ੍ਰਸਤਾਵਨਾ ਨਾਲ ਹੁੰਦਾ ਹੈ। ਪ੍ਰਸਤਾਵਨਾ ਜੋ ਹੈ ਉਹ ਜਦੋਂ ਸਾਡੇ ਸੰਵਿਧਾਨ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਦਸੰਬਰ 1946 ਦੇ ਵਿੱਚ, ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਪੇਸ਼ ਕੀਤਾ ਸੀ ਸੰਵਿਧਾਨ ਸਭਾ ਦੇ ਵਿੱਚ, ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਅਸੀਂ ਇਕੱਠੇ ਹੋ ਕੇ ਜੋ ਸੰਵਿਧਾਨ ਬਣਾ ਰਹੇ ਹਾਂ ਉਹ ਕਿਹੋ ਜਿਹਾ ਸੰਵਿਧਾਨ ਬਣਾਉਣਾ ਚਾਹੁੰਦੇ ਹਾਂ, ਕਿਸ ਤਰ੍ਹਾਂ ਦੀ ਰਾਜਨੀਤਿਕ ਪ੍ਰਣਾਲੀ ਭਾਰਤ ਦੇ ਲੋਕਾਂ ਨੂੰ ਦੇਣੀ ਚਾਹੁੰਦੇ ਹਾਂ। ਉਸੇ ਦੇ ਆਧਾਰ ਤੇ ਸਾਡੀ ਪ੍ਰਸਤਾਵਨਾ, ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਬਣੀ ਹੈ। ਪ੍ਰਸਤਾਵਨਾ ਨੂੰ ਸੰਵਿਧਾਨਕਾਰਾਂ ਦੇ ਮਨਾਂ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਭਾਰਤੀ ਜੋ ਸੰਵਿਧਾਨ ਸਭਾ ਸੀ ਉਹ ਭਾਰਤ ਲਈ ਕਿਸ ਤਰ੍ਹਾਂ ਦਾ ਸੰਵਿਧਾਨ ਬਣਾਉਣਾ ਚਾਹੁੰਦੀ ਸੀ, ਕਿਸ ਤਰ੍ਹਾਂ ਦੀ ਰਾਜਨੀਤਿਕ ਪ੍ਰਣਾਲੀ ਬਣਾਉਣਾ ਚਾਹੁੰਦੀ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਪ੍ਰਭੂ ਸੱਤਾ ਸੰਪੰਨ ਰਾਜ ਹੋਵੇਗਾ, ਸਮਾਜਵਾਦੀ ਰਾਜ ਹੋਵੇਗਾ, ਧਰਮ ਨਿਰਪੱਖ ਹੋਵੇਗਾ, ਲੋਕਤੰਤਰੀ ਹੋਵੇਗਾ, ਗਣਰਾਜ ਹੋਵੇਗਾ। ਇਹ 5 ਸ਼ਬਦ ਨੇ ਜਿਹੜੇ ਇਹ ਸਾਨੂੰ ਪ੍ਰਸਤਾਵਨਾ ਵਿੱਚ ਮਿਲਦੇ ਹਨ। ਪ੍ਰਸਤਾਵਨਾ 'ਚ ਵੀ ਦੱਸਿਆ ਗਿਆ ਕਿ ਸੰਵਿਧਾਨ ਸਭਾ ਨੇ ਇਸ ਸੰਵਿਧਾਨ ਦੇ ਉਦੇਸ਼ ਕੀ ਰੱਖੇ ਸੀ, ਕਿ ਅਸੀਂ ਇਹ ਸੰਵਿਧਾਨ ਕਿਉਂ ਬਣਾ ਰਹੇ ਹਾਂ। ਇਸ ਤੋਂ ਪ੍ਰਸਤਾਵਨਾ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਸੰਵਿਧਾਨ ਆਪਣੀ ਸ਼ਕਤੀ ਕਿੱਥੋਂ ਲੈਂਦਾ ਹੈ। ਪ੍ਰਸਤਾਵਨਾ ਇਹਨਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ, ਵੀ ਦੀ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ। ਇਹ ਸ਼ਬਦ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸੰਵਿਧਾਨ ਸਭਾ ਨੇ ਆਪਣੀ ਸ਼ਕਤੀ ਜਾਂ ਸੰਵਿਧਾਨ ਨੇ ਆਪਣੀ ਸ਼ਕਤੀ ਭਾਰਤੀ ਲੋਕਾਂ ਤੋਂ ਪ੍ਰਾਪਤ ਕੀਤੀ ਹੈ। ਸ਼ਕਤੀ ਦਾ ਅੰਤਿਮ ਸੋਮਾ ਲੋਕ ਹਨ। ਅਦਾਲਤਾਂ ਨੇ ਜੋ ਭਾਰਤ ਦੀਆਂ, ਉਹ ਪ੍ਰਸਤਾਵਨਾ ਬੇਸ਼ੱਕ ਸੰਵਿਧਾਨ ਦੇ ਆਰੰਭ ਵਿੱਚ ਲੱਗੀ ਹੋਈ ਹੈ, ਪਹਿਲੇ ਪਾਰਟ ਤੋਂ ਵੀ, ਪਹਿਲੇ ਆਰਟੀਕਲ ਤੋਂ ਵੀ ਅੱਗੇ ਲੱਗੀ ਹੋਈ ਹੈ, ਪਰੰਤੂ ਅਦਾਲਤਾਂ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਇੰਟੈਗਰਲ ਪਾਰਟ ਮੰਨਦੀਆਂ ਹਨ। ਤੀਸਰੀ ਮੁੱਖ ਵਿਸ਼ੇਸ਼ਤਾ ਹੈ ਸੰਵਿਧਾਨ ਦੀ ਕਿ ਸੰਵਿਧਾਨ ਪ੍ਰਭੂ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ, ਗਣਰਾਜ ਦੀ ਸਥਾਪਨਾ ਕਰਦਾ ਹੈ। ਇਹ 5 ਹੀ ਸ਼ਬਦ ਜਿਵੇਂ ਅਸੀਂ ਪਿੱਛੇ ਚਰਚਾ ਕਰਕੇ ਹਟੇ ਹਾਂ ਸਾਨੂੰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਮਿਲਦੇ ਹਨ। ਇੱਥੇ ਪ੍ਰਭੂ ਸੱਤਾ ਸੰਪੰਨ ਸ਼ਬਦ ਦਾ ਅਰਥ ਹੈ ਕਿ ਭਾਰਤ ਆਪਣੇ ਆਪ ਦੇ ਵਿੱਚ ਸੰਪੂਰਨ ਸ਼ਕਤੀ ਹੈ। ਇਹ ਆਪਣੀ ਸ਼ਕਤੀ ਕਿਸੇ ਹੋਰ ਰਾਜ ਤੋਂ ਪ੍ਰਾਪਤ ਨਹੀਂ ਕਰਦਾ, ਨਾ ਹੀ ਭਾਰਤ ਤੋਂ ਕਿਸੇ ਬਾਹਰੀ ਸ਼ਕਤੀ ਦਾ ਭਾਰਤ ਤੇ ਕੋਈ ਕੰਟਰੋਲ ਹੈ, ਨਿਯੰਤਰਣ ਹੈ, ਤੇ ਨਾ ਹੀ ਭਾਰਤ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਸੰਸਥਾ ਹੈ ਜੋ ਭਾਰਤ ਤੋਂ ਉੱਪਰ ਹੈ। ਦੂਸਰੀ ਵਿਸ਼ੇਸ਼ਤਾ ਹੈ ਸਮਾਜਵਾਦ। ਭਾਰਤ ਨੂੰ 42ਵੀਂ ਸੰਵਿਧਾਨਕ ਸੋਧ ਨਾਲ ਇੱਕ ਸਮਾਜਵਾਦੀ ਰਾਜ ਡਿਕਲੇਅਰ ਕੀਤਾ ਗਿਆ ਹੈ, ਜਿਸ ਦਾ ਅਰਥ ਹੈ ਕਿ ਭਾਰਤ
ਦੀਆਂ ਜੋ ਆਰਥਿਕ ਨੀਤੀਆਂ ਨੇ ਉਹ ਇਸ ਤਰ੍ਹਾਂ ਦੀਆਂ ਹੋਣਗੀਆਂ ਕਿ ਅਮੀਰ ਗਰੀਬ ਦਾ ਡਿਫਰੈਂਸ ਘੱਟ ਹੋਵੇ ਤੇ ਅਮੀਰ ਲੋਕ ਨੇ ਜਿਹੜੇ ਉਹ ਇੰਨੇ ਜ਼ਿਆਦਾ ਸ਼ਕਤੀਸ਼ਾਲੀ ਨਾ ਬਣਨ ਕਿ ਗਰੀਬ ਲੋਕਾਂ ਨੂੰ ਉਹ ਖਰੀਦ ਸਕਣ ਜਾਂ ਗਰੀਬ ਲੋਕਾਂ ਨੂੰ ਵਿਕਣਾ ਪਵੇ। ਤੀਸਰਾ ਸ਼ਬਦ ਹੈ ਇਹਦੇ ਵਿੱਚ ਧਰਮ ਨਿਰਪੱਖਤਾ। ਇਹ ਸ਼ਬਦ ਵੀ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ 42ਵੀਂ ਸੰਵਿਧਾਨਕ ਸੋਧ ਨਾਲ ਜੋੜਿਆ ਗਿਆ ਸੀ। ਇਸ ਦਾ ਅਰਥ ਹੈ ਕਿ ਭਾਰਤ ਦਾ ਕੋਈ ਰਾਜ ਧਰਮ ਨਹੀਂ ਹੈ, ਕੋਈ ਸਰਕਾਰੀ ਧਰਮ ਨਹੀਂ ਹੈ। ਰਾਜ ਲਈ, ਕਾਨੂੰਨ ਲਈ ਸਾਰੇ ਧਰਮ ਨੇ ਜਿਹੜੇ ਆਪਸ ਦੇ ਵਿੱਚ ਬਰਾਬਰ ਨੇ। ਚੌਥੀ ਵਿਸ਼ੇਸ਼ਤਾ ਹੈ ਇਸ ਲੜੀ ਦੇ ਵਿੱਚ ਭਾਰਤ ਦਾ ਜੋ ਸੰਵਿਧਾਨ ਹੈ ਇੱਕ ਲੋਕਤੰਤਰ ਦੀ ਵਿਵਸਥਾ ਕਰਦਾ ਹੈ। ਲੋਕਤੰਤਰ ਦਾ ਅਰਥ ਹੈ ਕਿ ਸਾਡੀ ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ, ਇੱਕ ਨਿਸ਼ਚਿਤ ਸਮੇਂ ਲਈ ਚੁਣੀ ਜਾਂਦੀ ਹੈ, ਉਸ ਨਿਸ਼ਚਿਤ ਸਮੇਂ ਤੋਂ ਬਾਅਦ ਫਿਰ ਚੋਣਾਂ ਹੁੰਦੀਆਂ ਹਨ। ਪੰਜਵੀਂ ਵਿਸ਼ੇਸ਼ਤਾ ਹੈ ਇਸ ਲੜੀ ਦੇ ਵਿੱਚ ਕਿ ਭਾਰਤੀ ਸੰਵਿਧਾਨ ਦਾ ਸਰੂਪ, ਰਾਜਨੀਤਿਕ ਪ੍ਰਣਾਲੀ ਦਾ ਸਰੂਪ ਗਣਤੰਤਰੀ ਕਿਸਮ ਦਾ ਹੈ। ਗਣਤੰਤਰ ਦਾ ਭਾਵ ਹੈ ਕਿ ਇਕੱਲੀ ਸਰਕਾਰ ਨਹੀਂ, ਜੋ ਸਾਡੇ ਦੇਸ਼ ਦਾ ਮੁਖੀ ਹੈ, ਜੋ ਸਾਡੇ ਸਟੇਟ ਦਾ ਮੁਖੀ ਹੈ, ਰਿਪਬਲਿਕ ਦਾ ਮੁਖੀ ਹੈ ਭਾਵ ਰਾਸ਼ਟਰਪਤੀ, ਉਹ ਵੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ। ਬੇਸ਼ੱਕ ਉਹ ਅਪਰਤੱਖ ਤੌਰ ਤੇ, ਇਨਡਾਇਰੈਕਟ ਤੌਰ ਤੇ ਚੁਣਿਆ ਜਾਂਦਾ ਹੈ, ਭਾਵ ਸਾਡੇ ਦੁਆਰਾ ਚੁਣੇ ਗਏ MLA ਅਤੇ MP ਉਸ ਦੀ ਚੋਣ ਕਰਦੇ ਹਨ, ਪਰੰਤੂ ਉਸ ਦਾ ਅਹੁਦਾ ਹੈ ਜੋ ਜੱਦੀ ਪੁਸ਼ਤੀ ਨਹੀਂ ਹੈ, ਜਿਵੇਂ ਕਿ ਬਰਤਾਨੀਆ ਦੇ ਵਿੱਚ ਉਹਨਾਂ ਦੀ ਮਹਾਰਾਣੀ ਦਾ ਹੈ। ਚੌਥੀ ਵਿਸ਼ੇਸ਼ਤਾ ਹੈ ਸੰਵਿਧਾਨ ਦੀ ਕਿ ਇਹ ਕਈ ਸੋਮਿਆਂ ਤੋਂ ਲਿਆ ਗਿਆ ਹੈ, ਕਿਉਂਕਿ ਸੰਵਿਧਾਨ ਬਣਾਉਣ ਵਾਲੇ ਇਸ ਨੂੰ ਕੋਈ ਅਲੌਕਿਕ ਰਚਨਾ ਨਹੀਂ ਬਣਾਉਣਾ ਚਾਹੁੰਦੇ ਸੀ। ਉਹ ਦੁਨੀਆ ਭਰ ਦੇ ਵਿੱਚ ਜਿੱਥੇ ਚੰਗੀਆਂ ਰਾਜਨੀਤਿਕ ਪ੍ਰਣਾਲੀਆਂ ਚੱਲ ਰਹੀਆਂ ਨੇ, ਜਿਹੜੀ ਵੀ ਰਾਜਨੀਤਿਕ ਪ੍ਰਣਾਲੀ 'ਚ ਕੋਈ ਚੰਗੀ ਗੱਲ ਹੈ ਉਸ ਨੂੰ ਸਾਡੇ ਸੰਵਿਧਾਨ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ। ਸੰਵਿਧਾਨ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਾ ਜੋ ਮੌਲਿਕ ਢਾਂਚਾ ਹੈ ਉਹ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਲਿਆ ਗਿਆ ਹੈ। ਜੋ ਸਟਰਕਚਰ 1935 ਦੇ ਭਾਰਤ ਸਰਕਾਰ ਕਾਨੂੰਨ ਦਾ ਸੀ, ਤਕਰੀਬਨ ਉਹੀ ਸਟਰਕਚਰ ਹੈ ਜੋ ਉਹ ਭਾਰਤੀ ਸੰਵਿਧਾਨ ਦਾ ਹੈ। ਜੋ ਸੰਸਦੀ ਪ੍ਰਣਾਲੀ ਹੈ ਉਹ ਅਸੀਂ ਇੰਗਲੈਂਡ ਤੋਂ ਲਈ ਹੈ। ਜੋ ਮੌਲਿਕ ਅਧਿਕਾਰ ਅਤੇ ਪ੍ਰਸਤਾਵਨਾ ਹਨ ਉਹ ਅਸੀਂ USA ਦੇ ਕਨਸਟੀਟਿਊਸ਼ਨ ਤੋਂ ਲਏ ਹਨ। ਜੋ ਨਿਰਦੇਸ਼ਕ ਸਿਧਾਂਤ ਹਨ ਉਹ ਅਸੀਂ ਆਇਰਲੈਂਡ ਤੋਂ ਲਏ ਹਨ। ਜੋ ਸੰਘੀ ਪ੍ਰਣਾਲੀ ਹੈ ਸਾਡੀ ਉਹ ਕੈਨੇਡਾ ਨੂੰ ਅਸੀਂ ਕਾਪੀ ਕੀਤਾ ਹੈ। ਅਤੇ ਰਾਸ਼ਟਰਪਤੀ ਦੀਆਂ ਜੋ ਸੰਕਟਕਾਲੀ ਸ਼ਕਤੀਆਂ ਹਨ, ਐਮਰਜੈਂਸੀ ਪਾਵਰਸ ਹਨ, ਉਹ ਅਸੀਂ ਜਰਮਨੀ ਦੇ ਵਾਈਮਰ ਸੰਵਿਧਾਨ ਤੋਂ ਲਈਆਂ ਹਨ। ਪੰਜਵੀਂ ਵਿਸ਼ੇਸ਼ਤਾ ਹੈ ਸੰਵਿਧਾਨ ਦੀ ਕਿ ਸੰਸਦੀ ਪ੍ਰਣਾਲੀ ਦੀ ਸਰਕਾਰ ਦੀ ਵਿਵਸਥਾ ਕਰਦਾ ਹੈ। ਸੰਸਦੀ ਪ੍ਰਣਾਲੀ ਦੀ ਸਰਕਾਰ ਦੀਆਂ ਜਿੰਨੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਸਾਨੂੰ ਭਾਰਤੀ ਸੰਵਿਧਾਨ ਦੇ ਅਧੀਨ ਮਿਲਦੀਆਂ ਹਨ। ਜਿਵੇਂ ਕਿ ਇੱਥੇ ਕਾਰਜਪਾਲਿਕਾ ਦੇ ਦੋ ਹਨ, ਨਾਮਾਤਰ ਦੀ ਕਾਰਜਪਾਲਿਕਾ ਅਤੇ ਵਾਸਤਵਿਕ ਕਾਰਜਪਾਲਿਕਾ। ਨਾਮਾਤਰ ਦੀ ਕਾਰਜਪਾਲਿਕਾ ਭਾਵ ਜਿਸ ਦਾ ਸਿਰਫ ਨਾਮ ਚੱਲਦਾ ਹੈ, ਜਿਸ ਦੇ ਨਾਮ ਤੇ ਸਾਰੇ ਕਾਰਜ ਕੀਤੇ ਜਾਂਦੇ ਹਨ। ਭਾਰਤ ਦੇ ਵਿੱਚ ਰਾਸ਼ਟਰਪਤੀ ਨਾਮ ਮਾਤਰ ਦੀ ਕਾਰਜਪਾਲਿਕਾ ਹੈ ਅਤੇ ਅਸਲੀ ਕਾਰਜਪਾਲਿਕਾ ਹੈ ਜੋ ਮੰਤਰੀ ਪਰਿਸ਼ਦ ਹੈ। ਫੈਸਲੇ ਲੈਣ ਦੀ ਅਸਲ ਸ਼ਕਤੀ ਹੈ ਜੋ ਸਾਡੇ ਮੰਤਰੀ ਪਰਿਸ਼ਦ ਦੇ ਵਿੱਚ ਹੈ। ਤੇ ਦੂਸਰੀ ਵਿਸ਼ੇਸ਼ਤਾ ਹੁੰਦੀ ਹੈ ਸੰਸਦੀ ਪ੍ਰਣਾਲੀ ਦੀ ਕਿ ਇੱਥੇ ਕਾਰਜਪਾਲਿਕਾ ਭਾਵ ਮੰਤਰੀ ਮੰਡਲ ਵਿਧਾਨ ਮੰਡਲ ਚੋਂ ਬਣਦਾ ਹੈ। ਇਹ ਸੈਪਰੇਟ ਬਾਡੀਜ਼ ਨਹੀਂ ਹਨ, ਆਪਸ ਦੇ ਵਿੱਚ ਜੁੜੀਆਂ ਹੋਈਆਂ ਹਨ। ਪਹਿਲਾਂ ਅਸੀਂ MPs ਚੁਣਦੇ ਹਾਂ, MPs ਦੇ ਵਿੱਚੋਂ ਹੀ ਜਿਹੜੀ ਪਾਰਟੀ ਨੂੰ ਲੋਕ ਸਭਾ ਦੇ ਵਿੱਚ ਮੈਜੋਰਿਟੀ ਮਿਲਦੀ ਹੈ ਉਸ ਪਾਰਟੀ ਨੂੰ ਸਰਕਾਰ ਬਣਾਉਣ ਦਾ ਭਾਵ ਮੰਤਰੀ ਬਣਾਉਣ ਦਾ ਮੌਕਾ ਮਿਲਦਾ ਹੈ। ਅਤੇ ਜੇ ਇੱਕ ਵਿਸ਼ੇਸ਼ਤਾ ਹੁੰਦੀ ਹੈ ਸੰਸਦੀ ਪ੍ਰਣਾਲੀ ਦੀ ਕਿ ਮੰਤਰੀ ਮੰਡਲ ਦਾ ਕਾਰਜਕਾਲ ਨਿਸ਼ਚਿਤ ਨਹੀਂ ਹੁੰਦਾ। ਅਕਸਰ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕੰਪੀਟੀਟਿਵ ਐਗਜ਼ਾਮ ਦੇ ਵਿੱਚ, ਸਪੈਸ਼ਲੀ ਆਬਜੈਕਟਿਵ ਟਾਈਪ ਦੇ ਵਿੱਚ, ਕਿ ਪ੍ਰਧਾਨ ਮੰਤਰੀ ਦਾ ਜਾਂ ਮੰਤਰੀ ਪਰਿਸ਼ਦ ਦਾ ਕਾਰਜਕਾਲ ਕਿੰਨਾ ਹੈ। ਇੱਥੇ ਅਸੀਂ ਕਦੇ ਵੀ 5 ਸਾਲ ਵਾਲੀ ਆਪਸ਼ਨ ਟਿਕ ਨਹੀਂ ਕਰਨੀ। ਮੰਤਰੀ ਪਰਿਸ਼ਦ ਦੇ ਕਾਰਜਕਾਲ ਬਾਰੇ ਕਿਹਾ ਜਾਂਦਾ ਹੈ ਕਿ ਅਨਿਸ਼ਚਿਤ ਕਾਰਜਕਾਲ ਹੈ। ਦੋ ਵਿਵਸਥਾਵਾਂ ਇਸ ਸੰਬੰਧੀ ਸਾਨੂੰ ਮਿਲਦੀਆਂ ਹਨ। ਇੱਕ ਤਾਂ ਇਹ ਹੈ ਕਿ ਮੰਤਰੀ ਰਾਸ਼ਟਰਪਤੀ ਦੀ ਖੁਸ਼ੀ ਤੱਕ ਆਪਣੇ ਅਹੁਦੇ ਤੇ ਰਹਿੰਦੇ ਹਨ ਅਤੇ ਦੂਸਰੀ ਵਿਸ਼ੇਸ਼ ਵਿਵਸਥਾ ਹੈ ਕਿ ਮੰਤਰੀ ਲੋਕ ਸਭਾ ਨੂੰ ਜਵਾਬਦੇਹ ਹਨ। ਇਸ ਦਾ ਅਸਲ ਅਰਥ ਇਹ ਹੈ, ਸੰਵਿਧਾਨਕ ਤੌਰ ਤੇ ਤਾਂ ਕਿਹਾ ਜਾਂਦਾ ਹੈ ਕਿ ਮੰਤਰੀ ਉਹਨਾਂ ਚਿਰ ਅਹੁਦੇ ਤੇ ਰਹਿੰਦੇ ਹਨ ਜਿੰਨਾ ਚਿਰ ਰਾਸ਼ਟਰਪਤੀ ਦੀ ਖੁਸ਼ੀ ਹੈ, ਪਰੰਤੂ ਪ੍ਰੈਕਟੀਕਲ ਅਰਥ ਇਹ ਹੈ ਕਿ ਮੰਤਰੀ ਉਹਨਾਂ ਚਿਰ ਅਹੁਦੇ ਤੇ ਰਹਿੰਦੇ ਹਨ ਜਿੰਨਾ ਚਿਰ ਲੋਕ ਸਭਾ ਨੂੰ ਉਹਨਾਂ 'ਚ ਭਰੋਸਾ ਹੈ, ਭਾਵ ਲੋਕ ਸਭਾ ਦੇ ਅੱਧੇ ਤੋਂ ਜ਼ਿਆਦਾ ਮੈਂਬਰ ਮੰਤਰੀ ਪਰਿਸ਼ਦ ਦੇ ਨਾਲ ਹਨ। ਕਾਰਜਪਾਲਿਕਾ ਭਾਵ ਮੰਤਰੀ ਪਰਿਸ਼ਦ, ਵਿਧਾਨ ਮੰਡਲ ਭਾਵ ਜੋ ਸਾਡੀ ਸੰਸਦ ਹੈ ਉਸ ਦੇ ਹੇਠਲੇ ਸਦਨ ਲੋਕ ਸਭਾ ਨੂੰ ਜਵਾਬਦੇਹ ਹੈ। ਇਹ ਸਾਰੀਆਂ ਵਿਸ਼ੇਸ਼ਤਾਵਾਂ ਸੰਸਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਮੰਨੀਆਂ ਜਾਂਦੀਆਂ ਹਨ ਅਤੇ ਸਾਰੀਆਂ ਹੀ ਸਾਨੂੰ ਭਾਰਤੀ ਸੰਵਿਧਾਨ ਵਿੱਚ ਮਿਲਦੀਆਂ ਹਨ। ਇਸ ਤੋਂ ਬਿਨਾਂ ਰਾਜਨੀਤਿਕ ਇਕਰੂਪਤਾ ਕਾਇਮ ਰੱਖੀ ਜਾਂਦੀ ਹੈ ਸੰਸਦੀ ਪ੍ਰਣਾਲੀ ਵਿੱਚ, ਭਾਵ ਜੋ ਵੀ ਸਰਕਾਰ ਬਣਦੀ ਹੈ ਇੱਕ ਪਾਰਟੀ ਚੋਂ ਬਣਦੀ ਹੈ ਜਾਂ ਜੇ ਕਈ ਪਾਰਟੀਆਂ ਨੇ ਮਿਲ ਕੇ ਗੱਠਜੋੜ ਬਣਾਇਆ ਹੈ ਤਾਂ ਉਹਨਾਂ ਚੋਂ ਬਣਦੀ ਹੈ। ਵਿਰੋਧੀ ਪਾਰਟੀ ਦੇ ਕਿਸੇ ਵੀ ਪੋਲੀਟੀਸ਼ੀਅਨ ਨੂੰ ਮੰਤਰੀ ਨਹੀਂ ਲਿਆ ਜਾਂਦਾ, ਬੇਸ਼ੱਕ ਉਹ ਕਿੰਨਾ ਹੀ ਕਾਬਲ ਕਿਉਂ ਨਾ ਹੋਵੇ। ਛੇਵੀਂ ਵਿਸ਼ੇਸ਼ਤਾ ਹੈ ਸੰਵਿਧਾਨ ਸਾਡਾ ਕਠੋਰ ਵੀ ਹੈ, ਲਚਕੀਲਾ ਵੀ ਹੈ। ਜਿਵੇਂ ਅਸੀਂ ਕਿਸੇ ਵੀ ਸੰਵਿਧਾਨ ਦੀ ਜਦੋਂ ਵਿਸ਼ੇਸ਼ਤਾ ਦੇਖਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਬ੍ਰਿਟਿਸ਼ ਕਨਸਟੀਟਿਊਸ਼ਨ ਹੈ ਉਹ ਬਹੁਤ ਲਚਕੀਲਾ ਹੈ, US ਕਨਸਟੀਟਿਊਸ਼ਨ ਬਹੁਤ ਜ਼ਿਆਦਾ ਕਠੋਰ ਹੈ, ਪਰੰਤੂ ਭਾਰਤੀ ਸੰਵਿਧਾਨ ਇਹਨਾਂ ਸਾਰਿਆਂ ਦਾ ਮਿਕਸਚਰ ਹੈ, ਇੱਕ ਬਲੈਂਡ ਹੈ।
ਸੰਵਿਧਾਨਕ ਸੋਧ ਦੇ ਆਬਜੈਕਟਿਵ ਨਾਲ ਭਾਰਤੀ ਸੰਵਿਧਾਨ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਕੋਈ ਇੱਕ ਪਹਿਲਾ ਹਿੱਸਾ ਉਹ ਹੈ ਜਿਸ ਨੂੰ ਪਾਰਲੀਮੈਂਟ ਸਿੰਪਲ ਮੈਜੋਰਿਟੀ ਦੇ ਨਾਲ ਸੋਧ ਸਕਦੀ ਹੈ। ਇਹਦੇ ਵਿੱਚ ਸੰਵਿਧਾਨ ਦਾ ਆਰਟੀਕਲ 2, ਆਰਟੀਕਲ 3, ਆਰਟੀਕਲ 169 ਅਤੇ 244A ਇਹਨਾਂ ਵਿਵਸਥਾਵਾਂ ਦੇ ਵਿੱਚ ਸੋਧ ਕਰਨੀ ਹੋਵੇ ਤਾਂ ਸੰਵਿਧਾਨ ਦੀ ਸ਼ਬਦਾਵਲੀ ਵਿੱਚ ਬੇਸ਼ੱਕ ਕੋਈ ਚੇਂਜ ਕਰਨੀ ਪੈ ਜੇ, ਪਰ ਉਸ ਨੂੰ ਸੰਵਿਧਾਨਕ ਸੋਧ ਨਹੀਂ ਮੰਨਿਆ ਜਾਂਦਾ ਤਕਨੀਕੀ ਤੌਰ ਤੇ, ਪਰੰਤੂ ਸੰਵਿਧਾਨ ਦੇ ਵਿੱਚ ਚੇਂਜ ਹੋ ਜਾਂਦੀ ਹੈ ਤੇ ਇਹ ਚੇਂਜ ਹੈ ਜਿਹੜੀ ਪਾਰਲੀਮੈਂਟ ਸਿੰਪਲ ਮੈਜੋਰਿਟੀ ਨਾਲ ਕਰ ਸਕਦੀ ਹੈ। ਸੰਵਿਧਾਨ ਦਾ ਦੂਸਰਾ ਭਾਗ ਹੈ ਜਿਹੜਾ ਕਠੋਰ ਹੈ। ਇਹਦੇ ਵਿੱਚ ਜੇ ਕੋਈ ਸੋਧ ਕਰਨੀ ਹੋਵੇ ਤਾਂ ਸੰਸਦ ਸਿੰਪਲ ਮੈਜੋਰਿਟੀ ਨਾਲ ਨਹੀਂ ਕਰ ਸਕਦੀ। ਆਪੋ ਆਪਣੇ ਮੈਂਬਰਾਂ ਦੇ ਦੋਨੇ ਸਦਨ, ਲੋਕ ਸਭਾ ਤੇ ਰਾਜ ਸਭਾ, ਜਿੰਨੇ ਮੈਂਬਰ ਵੋਟ ਪਾ ਰਹੇ ਨੇ ਉਹਨਾਂ ਦੇ 2/3 ਬਹੁਮਤ ਨਾਲ ਸੋਧ ਕਰ ਸਕਦੀ ਹੈ। ਭਾਵ ਜੇ 300 ਮੈਂਬਰ ਲੋਕ ਸਭਾ ਦਾ ਵੋਟ ਪਾ ਰਿਹਾ ਹੈ ਤਾਂ ਘੱਟੋ ਘੱਟ 200 ਮੈਂਬਰ ਸੰਵਿਧਾਨਕ ਸੋਧ ਦੇ ਹੱਕ ਵਿੱਚ ਵੋਟ ਪਾਉਣ ਤਾਂ ਸੰਵਿਧਾਨਕ ਸੋਧ ਉੱਥੋਂ ਪਾਸ ਹੋਈ ਮੰਨੀ ਜਾਵੇਗੀ। ਤੀਸਰਾ ਹਿੱਸਾ ਹੈ ਜਿਹੜਾ ਬਹੁਤ ਜ਼ਿਆਦਾ ਕਠੋਰ ਹੈ। ਇੱਥੇ ਇਕੱਲੀ ਸੰਸਦ ਸੋਧ ਨਹੀਂ ਕਰ ਸਕਦੀ। ਸੰਸਦ ਦਾ ਇੱਕ ਹਾਊਸ ਪਹਿਲਾਂ ਆਪਣੇ 2/3 ਬਹੁਮਤ ਨਾਲ ਸੰਵਿਧਾਨਕ ਸੋਧ ਬਿੱਲ ਨੂੰ ਪਾਸ ਕਰਦਾ ਹੈ, ਫਿਰ ਦੂਸਰਾ ਹਾਊਸ 2/3 ਬਹੁਮਤ ਨਾਲ ਪਾਸ ਕਰਦਾ ਹੈ, ਫਿਰ ਰਾਜਾਂ ਕੋਲ ਭੇਜਿਆ ਜਾਂਦਾ ਹੈ। ਜੇ ਘੱਟੋ ਘੱਟ ਅੱਧੇ ਰਾਜਾਂ ਦੇ ਵਿਧਾਨ ਮੰਡਲ ਵੀ ਆਪਣੀ ਸਹਿਮਤੀ ਦੇਣ ਸੰਵਿਧਾਨਕ ਸੋਧ ਨੂੰ ਤਾਂ ਇਹ ਸੰਵਿਧਾਨਕ ਸੋਧ ਪੂਰਨ ਮੰਨੀ ਜਾਂਦੀ ਹੈ। ਜਿਹੜੇ ਸਾਡੇ ਜਿਵੇਂ ਰਾਸ਼ਟਰਪਤੀ ਦੀ ਚੋਣ ਨਾਲ ਸੰਬੰਧਿਤ ਚੈਪਟਰ ਨੇ, ਆਰਟੀਕਲਸ ਨੇ, ਸੁਪਰੀਮ ਕੋਰਟ ਨਾਲ ਸੰਬੰਧਿਤ ਚੈਪਟਰ ਹੈ, ਹਾਈ ਕੋਰਟਸ ਨਾਲ ਸੰਬੰਧਿਤ ਚੈਪਟਰ ਹੈ, ਉਹਦੇ ਵਿੱਚ ਜੇ ਕੋਈ ਤਬਦੀਲੀ ਕਰਨੀ ਹੋਵੇ ਤਾਂ ਉਹ ਇਸ ਵਿਧੀ ਨਾਲ ਕੀਤੀ ਜਾਂਦੀ ਹੈ। ਇਸ ਨੂੰ ਸੰਵਿਧਾਨ ਦਾ ਅਤਿ ਕਠੋਰ ਹਿੱਸਾ ਮੰਨਿਆ ਜਾਂਦਾ ਹੈ। 7ਵੀਂ ਵਿਸ਼ੇਸ਼ਤਾ ਕਹੀ ਜਾ ਸਕਦੀ ਹੈ ਕਿ ਬੇਸ਼ੱਕ ਸੰਘੀ ਸੰਵਿਧਾਨ ਹੈ ਪਰ ਸ਼ਕਤੀਸ਼ਾਲੀ ਕੇਂਦਰ ਵਾਲਾ ਸੰਘੀ ਸੰਵਿਧਾਨ ਹੈ, ਕਿਉਂਕਿ ਇਸ ਸੰਵਿਧਾਨ ਦੇ ਵਿੱਚ ਕੇਂਦਰ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ ਗਿਆ ਹੈ। ਸ਼ਕਤੀਆਂ ਦੀ ਜੋ ਵੰਡ ਹੈ ਪੂਰਨ ਰੂਪ ਦੇ ਵਿੱਚ ਕੇਂਦਰ ਦੇ ਹੱਕ ਵਿੱਚ ਹੈ। ਕੇਂਦਰ ਨੂੰ 97 ਸਬਜੈਕਟ ਦਿੱਤੇ ਗਏ ਹਨ, ਰਾਜਾਂ ਨੂੰ ਕੋਲ ਕੇਵਲ 66 ਸਬਜੈਕਟ ਹਨ। ਇਸ ਤੋਂ ਬਿਨਾਂ ਜੋ 47 ਸਬਜੈਕਟ ਸਾਂਝੀ ਸੂਚੀ 'ਚ ਹਨ ਉਹਨਾਂ ਤੇ ਵੀ ਕੇਂਦਰ ਦੀ ਪ੍ਰਮੁੱਖਤਾ ਹੈ ਤੇ ਜਿਹੜਾ ਸਬਜੈਕਟ ਕਿਸੇ ਵੀ ਸੂਚੀ 'ਚ ਨਹੀਂ ਹੈ ਉਸ ਤੇ ਵੀ ਕਾਨੂੰਨ ਬਣਾਉਣ ਦਾ, ਉਸ ਨੂੰ ਲਾਗੂ ਕਰਨ ਦਾ ਅਧਿਕਾਰ ਕੇਂਦਰ ਕੋਲ ਹੈ। ਇਸ ਤੋਂ ਬਿਨਾਂ ਕੇਂਦਰ ਕੋਲ ਅਨੇਕਾਂ ਹੋਰ ਇਸ ਤਰ੍ਹਾਂ ਦੇ ਆਧਾਰ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਕੇਂਦਰ ਸਰਕਾਰ ਰਾਜਾਂ ਦੇ ਖੇਤਰ 'ਚ ਵੀ ਦਖਲਅੰਦਾਜ਼ੀ ਕਰ ਸਕਦਾ ਹੈ। ਭਾਵ ਰਾਜਾਂ ਨੂੰ ਜੋ ਥੋੜੇ ਜਿਹੇ ਸਬਜੈਕਟ 66 ਸਬਜੈਕਟ ਦਿੱਤੇ ਗਏ ਹਨ ਵਿਧਾਨ ਸਾਜੀ ਲਈ, ਉਹਨਾਂ ਤੇ ਵੀ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ। ਜਿਵੇਂ ਜਦੋਂ ਐਮਰਜੈਂਸੀ ਲੱਗੀ ਹੋਈ ਹੋਵੇ ਜਾਂ ਰਾਜ ਸਭਾ ਰੈਜ਼ੋਲੂਸ਼ਨ ਪਾਸ ਕਰ ਦੇਵੇ ਤਾਂ ਆਰਜੀ ਸਮੇਂ ਲਈ ਕੇਂਦਰ ਦੀ ਜੋ ਪਾਰਲੀਮੈਂਟ ਹੈ ਰਾਜਾਂ ਦੇ ਵਿਸ਼ਿਆਂ ਤੇ ਵੀ ਕਾਨੂੰਨ ਬਣਾ ਸਕਦੀ ਹੈ। ਅਤੇ ਜਦੋਂ ਐਮਰਜੈਂਸੀ ਡਿਕਲੇਅਰ ਹੋ ਜੇ, ਸੰਕਟ ਕਾਲ ਡਿਕਲੇਅਰ ਹੋ ਜੇ ਆਰਟੀਕਲ 352 ਦੇ ਤਹਿਤ, ਇਹ ਸੰਕਟ ਕਾਲ ਅਸੀਂ ਉਸ ਸੰਕਟ ਕਾਲ ਦੀ ਗੱਲ ਕਰ ਰਹੇ ਹਾਂ ਜਿਹੜਾ ਯੁੱਧ ਜਾਂ ਬਾਹਰੀ ਹਮਲੇ ਕਾਰਨ ਜਾਂ ਅੰਦਰੂਨੀ ਹਥਿਆਰਬੰਦ ਵਿਦਰੋਹ ਕਾਰਨ ਪੈਦਾ ਹੁੰਦਾ, ਜਿਹਦੀ ਡਿਕਲੇਰੇਸ਼ਨ ਰਾਸ਼ਟਰਪਤੀ ਆਰਟੀਕਲ 352 ਦੇ ਤਹਿਤ ਕਰਦਾ ਹੈ। ਉਸ ਸਮੇਂ ਦਾ ਸਾਡਾ ਜੋ ਸੰਵਿਧਾਨ ਹੈ ਪੂਰੀ ਤਰ੍ਹਾਂ ਹੀ ਆਪਣੇ ਆਪ ਨੂੰ ਸੰਘੀ ਸੰਵਿਧਾਨ ਤੋਂ ਬਦਲ ਕੇ ਇਕਾਤਮਕ ਸਰੂਪ ਵੱਲ ਨੂੰ ਲੈ ਜਾਂਦਾ ਹੈ। ਕੇਂਦਰ ਕੋਲ ਇੰਨੀਆਂ ਜ਼ਿਆਦਾ ਸ਼ਕਤੀਆਂ ਹੋਣ ਕਾਰਨ, ਕੇਂਦਰ ਦਾ ਹੱਥ ਇੰਨਾ ਜ਼ਿਆਦਾ ਭਾਰੂ ਹੋਣ ਕਾਰਨ ਹੀ ਕਈ ਜਿਹੜੇ ਵਿਸ਼ਲੇਸ਼ਕ ਨੇ ਉਹ ਇਸ ਨੂੰ ਸੰਘੀ ਸੰਵਿਧਾਨ ਨਹੀਂ, ਇਸ ਨੂੰ ਇਕਾਤਮਕ ਸੰਵਿਧਾਨ ਹੀ ਮੰਨਦੇ ਹਨ ਕਿ ਰਾਜ ਨੇ ਜਿਹੜੇ ਉਹ ਤਾਂ ਸਿਰਫ ਜਿਵੇਂ ਮਿਊਨਿਸਪੈਲਿਟੀਜ਼ ਹੁੰਦੀਆਂ ਨੇ ਉਸ ਤਰ੍ਹਾਂ ਦੇ ਯੂਨਿਟ ਹਨ। ਅਸਲੀ ਜੋ ਸ਼ਕਤੀਆਂ ਨੇ ਉਹ ਸਾਡੇ ਕੇਂਦਰ ਸਰਕਾਰ ਕੋਲ, ਪਾਰਲੀਮੈਂਟ ਕੋਲ ਅਤੇ ਮੰਤਰੀ ਪਰਿਸ਼ਦ ਕੋਲ ਹਨ। 8ਵੀਂ ਵਿਸ਼ੇਸ਼ਤਾ ਹੈ ਕਿ ਸਾਡਾ ਸੰਵਿਧਾਨ 2 ਸਦਨੀ ਵਿਧਾਨ ਮੰਡਲ ਦੀ ਵਿਵਸਥਾ ਕਰਦਾ ਹੈ। ਕੇਂਦਰੀ ਪੱਧਰ ਤੇ ਸਾਡੇ ਜਿਸ ਨੂੰ ਅਸੀਂ ਸੰਸਦ ਕਹਿੰਦੇ ਹਾਂ ਉਸ ਦੇ 2 ਸਦਨ ਹਨ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਲੋਕਾਂ ਦੀ ਪ੍ਰਤੀਨਿਧਤਾ ਕਰਦੀ ਹੈ, ਭਾਵ ਸਾਡੇ ਦੇਸ਼ ਦੇ ਹਰੇਕ ਖੇਤਰ ਚੋਂ, ਹਰੇਕ ਜੋ ਕਨਸਟੀਚੁਐਂਸੀ ਹੈ ਲੋਕ ਸਭਾ ਦੀ, ਉਸ ਵਿੱਚੋਂ ਇੱਕ ਨੁਮਾਇੰਦਾ ਚੁਣ ਕੇ ਅਸੀਂ ਭੇਜਦੇ ਹਾਂ ਜੋ ਸਾਡੀ ਪ੍ਰਤੀਨਿਧਤਾ ਲੋਕ ਸਭਾ ਵਿੱਚ ਕਰਦਾ ਹੈ। ਇਸ ਤੋਂ ਬਾਅਦ ਰਾਜ ਸਭਾ ਹੈ। ਰਾਜ ਸਭਾ ਰਾਜਾਂ ਦੀ ਪ੍ਰਤੀਨਿਧਤਾ ਕਰਦੀ ਹੈ। ਇੱਥੇ ਹਲਕਿਆਂ ਚੋਂ ਮੈਂਬਰ ਨਹੀਂ ਜਾਂਦੇ, ਰਾਜਾਂ ਚੋਂ ਜਾਂਦੇ ਹਨ। ਜਿਵੇਂ ਪੰਜਾਬ ਦੇ ਜੇ 7 ਮੈਂਬਰ ਜਾਂਦੇ ਹਨ ਤਾਂ ਉਹ ਕੋਈ ਬਠਿੰਡਾ ਜਾਂ ਬਰਨਾਲਾ ਦੀ ਪ੍ਰਤੀਨਿਧਤਾ ਨਹੀਂ ਕਰਦੇ, ਉਹ ਸਾਰੇ ਦੇ ਸਾਰੇ ਮੈਂਬਰ ਹਨ ਜੋ 7 ਦੇ 7 ਮੈਂਬਰ ਹਨ ਉਹ ਪੰਜਾਬ ਦੀ ਸਟੇਟ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਤਰ੍ਹਾਂ 2 ਸਦਨੀ ਵਿਧਾਨ ਮੰਡਲ ਹੈ ਭਾਰਤ ਦਾ ਜੋ ਕੇਂਦਰੀ ਵਿਧਾਨ ਮੰਡਲ ਹੈ। ਲੋਕ ਸਭਾ ਲੋਕਾਂ ਨੂੰ ਰਿਪਰੈਜ਼ੈਂਟ ਕਰਦੀ ਹੈ, ਰਾਜ ਸਭਾ ਰਾਜਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਸਾਡੀ ਨਿਆਂ ਪ੍ਰਣਾਲੀ ਇਕਹਿਰੀ ਤੇ ਸੰਗਠਿਤ ਹੈ। ਬੇਸ਼ੱਕ ਅਸੀਂ ਸੰਘੀ ਸ਼ਾਸਨ ਪ੍ਰਣਾਲੀ ਅਪਣਾਈ ਹੈ, ਭਾਵ ਸਾਡੇ ਤੇ 2 ਸਰਕਾਰਾਂ ਹਨ, ਕਾਨੂੰਨ ਬਣਾਉਣ ਵਾਲੀਆਂ ਬਾਡੀਜ਼ ਵੀ 2 ਹਨ, ਇੱਕ ਰਾਜ ਪੱਧਰ ਤੇ ਸਾਡੀ ਵਿਧਾਨ ਸਭਾ ਤੇ ਰਾਜਪਾਲ ਅਤੇ ਦੂਸਰੀ ਸਾਡੀ ਪਾਰਲੀਮੈਂਟ ਜੋ ਕੇਂਦਰੀ ਪੱਧਰ ਤੇ ਸਾਰੇ ਦੇਸ਼ ਲਈ ਕਾਨੂੰਨ ਬਣਾਉਂਦੀ ਹੈ। ਪਰੰਤੂ ਜੋ ਜਿਵੇਂ ਆਮ ਸੰਘੀ ਰਾਜਾਂ ਦੇ ਵਿੱਚ ਹੁੰਦਾ ਹੈ ਕਿ ਕਾਨੂੰਨ ਦੀ ਵਿਆਖਿਆ ਕਰਨ ਲਈ ਵੀ 2 ਤਰ੍ਹਾਂ ਦੀਆਂ ਅਦਾਲਤਾਂ ਹਨ, ਸਾਡੇ ਅਦਾਲਤਾਂ ਦਾ ਇੱਕੋ ਹੀ ਸੈੱਟ ਹੈ। ਅਦਾਲਤਾਂ ਦਾ ਜੋ ਸਟਰਕਚਰ ਹੈ, ਜੁਡੀਸ਼ਰੀ ਦਾ ਜੋ ਸਟਰਕਚਰ ਹੈ ਉਹ ਇੱਕ ਪਿਰਾਮਿਡ ਜਾਂ ਮੀਨਾਰ ਦੀ ਤਰ੍ਹਾਂ ਹੈ।
ਜਿਹੜਾ ਹੇਠੋਂ ਵਿਸ਼ਾਲ ਹੈ, ਹੇਠਾਂ ਜੱਜਾਂ ਦੀ ਗਿਣਤੀ, ਅਦਾਲਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉੱਪਰ ਹਾਈ ਕੋਰਟਸ ਦੀ ਗਿਣਤੀ ਘਟ ਜਾਂਦੀ ਹੈ ਤੇ ਉੱਪਰ ਟੌਪ ਤੇ ਜਾ ਕੇ ਸੁਪਰੀਮ ਕੋਰਟ ਕੇਵਲ ਇੱਕ ਹੈ। ਹੇਠਲੀਆਂ ਸਾਰੀਆਂ ਜੋ ਅਦਾਲਤਾਂ ਨੇ ਆਪਣੇ ਤੋਂ ਉੱਪਰਲੀਆਂ ਅਦਾਲਤਾਂ ਦੀ ਨਿਗਰਾਨੀ ਦੇ ਵਿੱਚ, ਸੁਪਰਿੰਟੈਂਡੈਂਸ ਦੇ ਵਿੱਚ ਕਾਰਜ ਕਰਦੀਆਂ ਹਨ ਅਤੇ ਹੇਠਲੀਆਂ ਅਦਾਲਤਾਂ ਦੇ ਫੈਸਲਿਆਂ ਦੇ ਖਿਲਾਫ ਉੱਪਰਲੀਆਂ ਅਦਾਲਤਾਂ ਦੇ ਵਿੱਚ ਅਪੀਲ ਕੀਤੀ ਜਾ ਸਕਦੀ ਹੈ। 10ਵੀਂ ਵਿਸ਼ੇਸ਼ਤਾ ਹੈ, ਸਾਡਾ ਸੰਵਿਧਾਨ ਨਿਆਇਕ ਪੁਨਰ ਨਿਰੀਖਣ ਦੀ ਵਿਵਸਥਾ ਕਰਦਾ ਹੈ। ਨਿਆਇਕ ਪੁਨਰ ਨਿਰੀਖਣ ਦਾ ਭਾਵ ਹੈ ਨਿਆਂਪਾਲਿਕਾ ਦੀ, ਭਾਵ ਅਦਾਲਤਾਂ ਦੀ ਉਹ ਸ਼ਕਤੀ ਜਿਹੜੀ ਸੰਸਦ ਦੇ ਬਣਾਏ ਹੋਏ ਕਿਸੇ ਕਾਨੂੰਨ ਨੂੰ ਰੱਦ ਕਰ ਸਕਦੀ ਹੈ ਜਾਂ ਮੰਤਰੀ ਮੰਡਲ ਦੇ ਜਾਰੀ ਕੀਤੇ ਕਿਸੇ ਆਰਡਰ ਨੂੰ ਰੱਦ ਕਰ ਸਕਦੀ ਹੈ, ਇਸ ਆਧਾਰ ਤੇ ਕਿ ਤੁਹਾਡਾ ਇਹ ਕਾਨੂੰਨ ਜਾਂ ਇਹ ਆਰਡਰ ਸੰਵਿਧਾਨ ਦੇ ਅਨੁਕੂਲ ਨਹੀਂ ਹੈ, ਸੰਵਿਧਾਨ ਦੀ ਉਲੰਘਣਾ ਕਰਦਾ ਹੈ। ਸੰਵਿਧਾਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਡਾਇਰੈਕਟ ਆਰਟੀਕਲ ਨਹੀਂ ਹੈ ਜਿਹੜਾ ਸੁਪਰੀਮ ਕੋਰਟ ਨੂੰ ਜਾਂ ਹਾਈ ਕੋਰਟਸ ਨੂੰ ਇਹ ਅਧਿਕਾਰ ਦਿੰਦਾ ਹੋਵੇ, ਇਹ ਪਾਵਰ ਦਿੰਦਾ ਹੋਵੇ ਕਿ ਤੁਸੀਂ ਕਾਨੂੰਨਾਂ ਤੇ ਨਜ਼ਰਸਾਨੀ ਕਰ ਸਕਦੇ ਹੋ, ਪਰੰਤੂ ਸੰਵਿਧਾਨ ਦੀਆਂ ਕੁਝ ਧਾਰਾਵਾਂ ਨੇ ਜੋ ਉਹ ਅਦਾਲਤਾਂ ਦੀ ਇੱਕ ਵਿਸ਼ੇਸ਼ ਜ਼ਿੰਮੇਵਾਰੀ ਲਗਾਉਂਦੀਆਂ ਹਨ, ਜਿਨ੍ਹਾਂ ਦੇ ਵਿੱਚੋਂ ਇਹ ਨਿਆਇਕ ਪੁਨਰ ਨਿਰੀਖਣ ਦੀ ਸ਼ਕਤੀ ਨਿਕਲਦੀ ਹੈ। ਜਿਵੇਂ ਆਰਟੀਕਲ 13 ਵਿੱਚ ਲਿਖਿਆ ਗਿਆ ਹੈ ਕਿ ਭਾਰਤ ਦੇ ਵਿੱਚ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਕੋਈ ਐਸਾ ਕਾਨੂੰਨ ਨਹੀਂ ਬਣਾਏਗੀ ਜਿਹੜਾ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੋਵੇ। ਫਿਰ ਇਸ ਦੀ ਵਿਆਖਿਆ ਕੌਣ ਕਰੇਗਾ? ਕੁਦਰਤੀ ਹੈ ਕਿ ਅਦਾਲਤਾਂ ਇਸ ਦੀ ਵਿਆਖਿਆ ਕਰਨਗੀਆਂ ਕਿ ਤੁਹਾਡਾ ਇਹ ਕਾਨੂੰਨ ਮੌਲਿਕ ਅਧਿਕਾਰਾਂ ਦੇ ਵਿਰੁੱਧ ਹੈ, ਇਸ ਲਈ ਇਸ ਨੂੰ ਰੱਦ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਆਰਟੀਕਲ 32, 124, 126, 226 ਅਤੇ 246 ਇਹਨਾਂ ਵਿੱਚ ਕੁਝ ਵਿਵਸਥਾਵਾਂ ਹਨ ਜਿਹੜੀਆਂ ਅਦਾਲਤਾਂ ਨੂੰ ਇਹ ਅਧਿਕਾਰ ਦਿੰਦੀਆਂ ਹਨ ਕਿ ਉਹ ਨਜ਼ਰਸਾਨੀ ਕਰ ਸਕਦੀਆਂ ਹਨ ਕਿਸੇ ਵੀ ਕਾਨੂੰਨ ਤੇ, ਕਿਸੇ ਵੀ ਆਰਡਰ ਤੇ। ਜੇ ਉਹ ਸੰਵਿਧਾਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਉਹ ਰੱਦ ਕਰ ਸਕਦੀਆਂ ਹਨ, ਕਿਸੇ ਸੰਵਿਧਾਨਕ ਸੋਧ ਨੂੰ ਵੀ ਰੱਦ ਕਰ ਸਕਦੀਆਂ ਹਨ। ਨਾਗਰਿਕਤਾ ਇਕਹਿਰੀ ਹੈ। ਬੇਸ਼ੱਕ ਸੰਘੀ ਸੰਵਿਧਾਨ ਹੈ ਭਾਰਤ, ਪਰੰਤੂ ਜਿਵੇਂ ਹੋਰ ਸੰਘੀ ਰਾਜਾਂ ਦੇ ਵਿੱਚ ਹੁੰਦਾ ਹੈ, ਜਿਵੇਂ USA ਦੇ ਵਿੱਚ ਹੁੰਦਾ ਹੈ, ਕੋਈ ਵੀ ਵਿਅਕਤੀ ਪਹਿਲਾਂ ਕਿਸੇ ਸਟੇਟ ਦੀ ਨਾਗਰਿਕਤਾ ਲੈਂਦਾ ਹੈ, ਫਿਰ ਸੰਘ ਦੀ ਨਾਗਰਿਕਤਾ ਲੈਂਦਾ ਹੈ। ਪਰੰਤੂ ਭਾਰਤ ਦੇ ਵਿੱਚ ਸਾਡੀ ਜੋ ਰਾਜਾਂ ਦੀ ਤਾਂ ਸਿਰਫ ਸਾਡੀ ਇੱਕ ਡੋਮਿਸਾਈਲ ਹੁੰਦਾ ਹੈ ਕਿ ਅਸੀਂ ਇਸ ਰਾਜ ਦੇ ਵਾਸੀ ਹਾਂ, ਪਰੰਤੂ ਜੋ ਸਾਡੀ ਨਾਗਰਿਕਤਾ ਹੈ, ਸਿਟੀਜ਼ਨਸ਼ਿਪ ਹੈ, ਉਹ ਸਾਡੀ ਸਿੰਗਲ ਹੈ। ਅਸੀਂ ਭਾਰਤ ਦੇ ਹੀ ਨਾਗਰਿਕ ਹਾਂ ਕਿਉਂਕਿ ਭਾਰਤੀ ਸੰਵਿਧਾਨ ਸਿੰਗਲ ਸਿਟੀਜ਼ਨਸ਼ਿਪ ਦੀ ਵਿਵਸਥਾ ਕਰਦਾ ਹੈ। ਇਸ ਲਈ ਕੀਤਾ ਗਿਆ ਕਿਉਂਕਿ ਜਿਸ ਸਮੇਂ ਸਾਡਾ ਸੰਵਿਧਾਨ ਬਣਾਇਆ ਜਾ ਰਿਹਾ ਸੀ ਉਸ ਟਾਈਮ ਕਈ ਵੱਖਵਾਦੀ ਤਾਕਤਾਂ ਜਿਹੜੀਆਂ ਭਾਸ਼ਾ ਦੇ ਆਧਾਰ ਤੇ, ਸੰਪਰਦਾਇਕਤਾ ਦੇ ਆਧਾਰ ਤੇ ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਸੀ। ਉਹਨਾਂ ਨੂੰ ਸਨੱਬ ਕਰਨ ਲਈ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਇਹ ਸਿੰਗਲ ਸਿਟੀਜ਼ਨਸ਼ਿਪ ਦੀ ਵਿਵਸਥਾ ਸਾਡੇ ਸੰਵਿਧਾਨ ਵਿੱਚ ਕੀਤੀ ਗਈ ਹੈ। 12ਵੀਂ ਵਿਸ਼ੇਸ਼ਤਾ ਹੈ ਬਾਲਗ ਮਤ ਅਧਿਕਾਰ ਦੀ ਸੰਵਿਧਾਨ ਵਿਵਸਥਾ ਕਰਦਾ ਹੈ। ਕਿਉਂਕਿ ਬਾਲਗ ਮਤ ਅਧਿਕਾਰ ਇਸ ਦਾ ਭਾਵ ਹੈ ਕਿ ਹਰ ਬਾਲਗ ਜਿਹੜਾ ਵਿਅਕਤੀ ਇੱਕ ਨਿਸ਼ਚਿਤ ਉਮਰ ਪੂਰੀ ਕਰ ਗਿਆ ਉਸ ਨੂੰ ਵੋਟ ਦਾ ਅਧਿਕਾਰ ਹੋਵੇਗਾ। ਉਹਨੂੰ ਅਸੀਂ ਯੂਨੀਵਰਸਲ ਅਡਲਟ ਫਰੈਂਚਾਈਜ਼ ਕਹਿੰਦੇ ਹਾਂ। ਬਾਲਗ ਮਤ ਅਧਿਕਾਰ ਭਾਰਤੀ ਲੋਕਾਂ ਦਾ ਬੜਾ ਪੁਰਾਣਾ ਸੁਪਨਾ ਸੀ। ਅੰਗਰੇਜ਼ਾਂ ਤੋਂ ਅਸੀਂ ਮੰਗ ਕਰਦੇ ਆ ਰਹੇ ਸੀ ਕਿ ਸਾਨੂੰ ਸਾਰਿਆਂ ਨੂੰ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਫਿਰ ਸਾਡੀ ਸੰਵਿਧਾਨ ਸਭਾ ਬਣੀ 1946 ਦੇ ਵਿੱਚ। ਉਹ ਬੇਸ਼ੱਕ ਆਪ ਬਾਲਗ ਮਤ ਅਧਿਕਾਰ ਦੇ ਆਧਾਰ ਤੇ ਨਹੀਂ ਸੀ ਬਣੀ, ਸਾਰੇ ਲੋਕਾਂ ਦੀਆਂ ਵੋਟਾਂ ਨਾਲ ਨਹੀਂ ਸੀ ਬਣੀ, ਕੁਝ ਲੋਕਾਂ ਦੀਆਂ ਵੋਟਾਂ ਨਾਲ ਬਣੀ ਸੀ, ਪਰੰਤੂ ਉਸ ਨੇ ਸੰਵਿਧਾਨ ਦੇ ਵਿੱਚ ਬਾਲਗ ਮਤ ਅਧਿਕਾਰ ਨੂੰ ਸ਼ਾਮਲ ਕੀਤਾ ਕਿ ਹਰ ਵਿਅਕਤੀ ਜੋ ਬਾਲਗ ਹੋ ਜਾਂਦਾ ਹੈ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇਗਾ। ਸਾਡੇ ਤੇ ਕੋਈ ਸ਼ਰਤ ਨਹੀਂ ਲਈ ਜਾਂਦੀ ਕਿ ਅਸੀਂ ਟੈਕਸ ਦਿੰਦੇ ਹਾਂ ਕਿ ਨਹੀਂ ਦਿੰਦੇ, ਅਸੀਂ ਕਿੰਨੇ ਕੁ ਐਜੂਕੇਟਡ ਹਾਂ ਜਾਂ ਅਨਐਜੂਕੇਟਡ ਹਾਂ, ਇਸ ਤਰ੍ਹਾਂ ਦੀਆਂ ਕੋਈ ਸ਼ਰਤਾਂ ਨਹੀਂ ਲਈਆਂ ਜਾਂਦੀਆਂ। ਪ੍ਰਾਪਰਟੀ ਹੈ ਜਾਂ ਨਹੀਂ ਹੈ, ਸਿਰਫ ਉਮਰ ਦੀ ਹੱਦ ਰੱਖੀ ਗਈ ਹੈ ਕਿ ਇਹ ਉਮਰ ਪੂਰੀ ਕਰਨ ਤੋਂ ਬਾਅਦ ਹਰ ਜੋ ਨਾਗਰਿਕ ਹੈ ਉਹ ਵੋਟ ਪਾਉਣ ਦਾ ਹੱਕਦਾਰ ਹੋਵੇਗਾ। ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਉਸ ਸਮੇਂ ਬਾਲਗ ਹੋਣ ਦੀ ਉਮਰ ਵੋਟ ਪਾਉਣ ਲਈ 21 ਸਾਲ ਰੱਖੀ ਗਈ ਸੀ। ਫਿਰ ਸਾਡੇ ਯੂਥ ਨੂੰ ਇਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ 61ਵੀਂ ਸੰਵਿਧਾਨਕ ਸੋਧ ਨਾਲ ਇਸ ਉਮਰ ਨੂੰ ਘਟਾ ਕੇ 18 ਸਾਲ ਕੀਤਾ ਗਿਆ ਹੈ। ਅੱਜ ਜਿਹੜਾ ਵੀ ਸਾਡਾ ਕੋਈ ਨਾਗਰਿਕ, ਕੋਈ ਵਿਅਕਤੀ 18 ਸਾਲ ਦੀ ਉਮਰ ਪੂਰੀ ਕਰ ਲੈਂਦਾ ਹੈ ਉਸ ਨੂੰ ਵੋਟਰ ਦੇ ਤੌਰ ਤੇ ਰਜਿਸਟਰ ਹੋਣ ਦਾ ਹੱਕ ਹੈ। ਚੋਣ ਖੇਤਰ ਸਾਡੇ ਸਾਂਝੇ ਹਨ। ਰਾਜਾਂ ਦੀਆਂ ਵਿਧਾਨ ਸਭਾਵਾਂ ਲਈ, ਲੋਕ ਸਭਾ ਲਈ ਚੋਣ ਖੇਤਰ ਬਣਾਏ ਜਾਂਦੇ ਹਨ ਤੇ ਉਹ ਸਾਂਝੇ ਹੁੰਦੇ ਹਨ। ਇਸ ਉਦੇਸ਼ ਲਈ ਜਿਵੇਂ ਭਾਰਤ, ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 13 ਲੋਕ ਸਭਾ ਦੀਆਂ ਸੀਟਾਂ ਹਨ। ਪਹਿਲਾਂ ਸਮੁੱਚੇ ਪੰਜਾਬ ਨੂੰ 13 ਹਲਕਿਆਂ ਵਿੱਚ ਵੰਡਿਆ ਜਾਂਦਾ ਹੈ। ਹਰੇਕ ਹਲਕੇ ਦੇ ਵਿੱਚੋਂ ਫਿਰ ਇੱਕ ਨੁਮਾਇੰਦਾ ਚੁਣ ਕੇ ਜਾਂਦਾ ਹੈ। ਉਸ ਹਲਕੇ ਦੇ ਸਾਰੇ ਲੋਕ ਨੇ ਜਿਹੜੇ ਉਸ ਨੁਮਾਇੰਦੇ ਲਈ ਜਾਂ ਉਸ ਦੇ ਵਿਰੁੱਧ ਦੂਸਰੇ ਕੈਂਡੀਡੇਟਸ ਲਈ ਵੋਟ ਪਾਉਂਦੇ ਹਨ, ਚਾਹੇ ਉਹਨਾਂ ਦਾ ਕੋਈ ਵੀ ਭਾਸ਼ਾ ਹੋਵੇ, ਕੋਈ ਵੀ ਧਰਮ ਹੋਵੇ, ਕੋਈ ਵੀ ਕਾਨੂੰਨੀ ਕੈਟੇਗਰੀ ਹੋਵੇ। ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ, ਇਹਨਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ, ਪਰੰਤੂ ਇਹਨਾਂ ਲਈ ਜੋ ਸੀਟਾਂ ਨੇ ਉਹ ਉਹਨਾਂ ਹੀ ਸੀਟਾਂ ਦੇ ਵਿੱਚੋਂ ਰਿਜ਼ਰਵ ਰੱਖੀਆਂ ਜਾਂਦੀਆਂ ਹਨ ਜਿਹੜੇ ਸਾਂਝੇ ਚੋਣ ਖੇਤਰ ਹਨ। ਚੋਣ ਖੇਤਰ ਵੱਖਰੇ ਨਹੀਂ ਬਣਾਏ ਜਾਂਦੇ। ਭਾਵ ਜੇ ਕੋਈ ਸੀਟ ਰਿਜ਼ਰਵ ਹੈ, ਕੋਈ SC ਜਾਂ ST ਲਈ ਰਿਜ਼ਰਵ ਹੈ,
ਤਾਂ ਉਸ ਖੇਤਰ ਦੇ ਸਾਰੇ ਜੋ ਵੋਟਰ ਹਨ ਉਸ ਰਿਜ਼ਰਵ ਸੀਟ ਲਈ ਵੋਟ ਪਾਉਂਦੇ ਹਨ, ਚਾਹੇ ਉਹ ਜਨਰਲ ਵੋਟਰ ਹੋਣ, ਚਾਹੇ ਉਹ SC ਜਾਂ ST ਵੋਟਰ ਹੋਣ। ਜਿਹੜੀ ਸੀਟ ਓਪਨ ਹੈ ਉੱਥੇ ਸਾਰੇ ਜੋ ਲੋਕ ਹਨ ਓਪਨ ਸੀਟ ਲਈ ਵੋਟ ਪਾਉਂਦੇ ਹਨ, ਚਾਹੇ ਉਹ ਜਨਰਲ ਕੈਟਾਗਰੀ ਦੇ ਹਨ, ਚਾਹੇ ਉਹ SC ਜਾਂ ST ਕੈਟਾਗਰੀ ਦੇ ਹੋਣ। ਭਾਵ ਜੋ ਸੰਪਰਦਾਇਕ ਪ੍ਰਤੀਨਿਧਤਾ ਸੀ ਸੁਤੰਤਰਤਾ ਤੋਂ ਪਹਿਲਾਂ ਉਸ ਨੂੰ ਖਤਮ ਕਰ ਦਿੱਤਾ ਗਿਆ ਹੈ। ਰਿਜ਼ਰਵੇਸ਼ਨ ਰੱਖੀ ਗਈ ਹੈ, ਪਰੰਤੂ ਸਾਂਝੇ ਚੋਣ ਖੇਤਰਾਂ ਦੇ ਵਿੱਚ ਹੀ ਰੱਖੀ ਗਈ ਹੈ। ਅਗਲੀ ਵਿਸ਼ੇਸ਼ਤਾ ਹੈ ਸਾਡੇ ਸੰਵਿਧਾਨ ਦੀ ਸੰਕਟਕਾਲੀ ਸ਼ਕਤੀਆਂ, ਐਮਰਜੈਂਸੀ ਪਾਵਰਸ। ਭਾਰਤੀ ਸੰਵਿਧਾਨ ਦਾ ਇੱਕ ਪੂਰਾ ਪਾਰਟ ਹੈ, 18ਵਾਂ ਪਾਰਟ, ਆਰਟੀਕਲ 352 ਤੋਂ ਲੈ ਕੇ 360 ਤੱਕ। ਇਹ ਸੰਕਟ ਕਾਲ ਦੀ ਵਿਵਸਥਾ ਕਰਦਾ ਹੈ ਕਿ ਰਾਸ਼ਟਰਪਤੀ ਸੰਕਟ ਕਾਲ ਜਾਂ ਐਮਰਜੈਂਸੀ ਡਿਕਲੇਅਰ ਕਰ ਸਕਦਾ ਹੈ। 3 ਤਰ੍ਹਾਂ ਦਾ ਸੰਕਟ ਕਾਲ ਡਿਕਲੇਅਰ ਕੀਤਾ ਜਾ ਸਕਦਾ ਹੈ। ਇੱਕ ਉਹ ਸੰਕਟ ਕਾਲ ਜਿਹੜਾ ਕਿਸੇ ਦੇਸ਼ ਨਾਲ ਯੁੱਧ ਹੋਣ ਤੇ ਜਾਂ ਹਥਿਆਰਬੰਦ ਵਿਦਰੋਹ ਹੋ ਜਾਣ ਤੇ ਡਿਕਲੇਅਰ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਇਕੱਲੇ ਸੰਕਟ ਕਾਲ ਦੀ ਗੱਲ ਕਰ ਰਹੇ ਹੁੰਦੇ ਹਾਂ ਤਾਂ ਅਸੀਂ ਇਸੇ ਹੀ ਸੰਕਟ ਕਾਲ ਦੀ ਗੱਲ ਕਰ ਰਹੇ ਹੁੰਦੇ ਹਾਂ। ਦੂਸਰਾ ਸੰਕਟ ਕਾਲ ਹੈ ਜਦੋਂ ਕਿਸੇ ਰਾਜ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਪੈ ਜੇ, ਭਾਵ ਉੱਥੋਂ ਦੀ ਸਰਕਾਰ ਸੰਵਿਧਾਨ ਦੇ ਅਨੁਸਾਰ ਆਪਣਾ ਪ੍ਰਸ਼ਾਸਨ ਨਾ ਚਲਾ ਰਹੀ ਹੋਵੇ। ਤੀਸਰਾ ਸੰਕਟ ਕਾਲ ਹੈ ਜਦੋਂ ਭਾਰਤ ਜਾਂ ਇਸ ਦੇ ਕਿਸੇ ਹਿੱਸੇ ਦੀ ਜਾਂ ਕਿਸੇ ਰਾਜ ਦੀ ਵਿੱਤੀ ਸ਼ਾਖ ਖਤਰੇ ਵਿੱਚ ਪੈ ਜੇ, ਭਾਵ ਦਿਵਾਲੀਆ ਨਿਕਲਣ ਵਾਲਾ ਹੋਵੇ, ਦੇਣਦਾਰੀਆਂ ਜ਼ਿਆਦਾ ਹੋਣ, ਆਮਦਨ ਦੇ ਸਾਧਨ ਘੱਟ ਹੋ ਜਾਣ, ਖਜ਼ਾਨਾ ਘੱਟ ਹੋ ਜੇ, ਤਾਂ ਵਿੱਤੀ ਸੰਕਟ ਕਾਲ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਇਹ 3 ਤਰ੍ਹਾਂ ਦਾ ਸੰਕਟ ਕਾਲ ਹੈ, 352, 356, 360। ਇਹਨਾਂ 3 ਆਰਟੀਕਲਾਂ ਦੇ ਤਹਿਤ ਰਾਸ਼ਟਰਪਤੀ ਡਿਕਲੇਅਰ ਕਰਦਾ ਹੈ ਕੇਂਦਰ ਸਰਕਾਰ ਦੇ ਸਿਫਾਰਿਸ਼ ਤੇ। ਰਾਸ਼ਟਰਪਤੀ ਕਿਸੇ ਵੀ ਸੰਕਟ ਕਾਲ ਦਾ ਐਲਾਨ ਕਰਦਾ ਹੈ ਤਾਂ ਉਸ ਦਾ ਸਭ ਤੋਂ ਮਹੱਤਵਪੂਰਨ ਜੋ ਪ੍ਰਭਾਵ ਪੈਂਦਾ ਹੈ ਉਹ ਇਹ ਹੈ ਕਿ ਰਾਜਾਂ ਦੀਆਂ ਸ਼ਕਤੀਆਂ ਘਟ ਜਾਂਦੀਆਂ ਹਨ, ਕੇਂਦਰ ਦੀਆਂ ਸ਼ਕਤੀਆਂ ਵੱਧ ਜਾਂਦੀਆਂ ਹਨ। ਆਮ ਨਾਗਰਿਕਾਂ ਦੀਆਂ ਸ਼ਕਤੀਆਂ ਘਟ ਜਾਂਦੀਆਂ ਹਨ, ਰਾਈਟਸ ਘਟ ਜਾਂਦੇ ਹਨ, ਸਰਕਾਰ ਦੇ ਜੋ ਪਾਵਰ ਹੈ ਉਹ ਵੱਧ ਜਾਂਦੀ ਹੈ। ਵਿਸ਼ੇਸ਼ ਕਰਕੇ ਜਿਹੜਾ ਪਹਿਲਾ ਸੰਕਟ ਕਾਲ ਹੈ, ਜਿਹੜਾ ਯੁੱਧ ਜਾਂ ਹਥਿਆਰਬੰਦ ਵਿਦਰੋਹ ਦੇ ਸਮੇਂ ਡਿਕਲੇਅਰ ਕੀਤਾ ਜਾਂਦਾ ਹੈ, ਉਦੋਂ ਨਾਗਰਿਕਾਂ ਦੇ ਕਾਫੀ ਸਾਰੇ ਮੌਲਿਕ ਅਧਿਕਾਰ ਨੇ ਜਿਹੜੇ ਉਹ ਵੀ ਸਸਪੈਂਡ ਹੋ ਜਾਂਦੇ ਹਨ ਅਤੇ ਰਾਜਾਂ ਦੀਆਂ ਜੋ ਸ਼ਕਤੀਆਂ ਨੇ ਉਹ ਵੀ ਕੇਂਦਰ ਸਰਕਾਰ ਵੱਲ ਨੂੰ ਟ੍ਰਾਂਸਫਰ ਹੋ ਜਾਂਦੀਆਂ ਹਨ। 15ਵੀਂ ਵਿਸ਼ੇਸ਼ਤਾ ਹੈ ਕਿ ਜੋ ਸਥਾਨਕ ਲੋਕਤੰਤਰ ਹੈ ਉਸ ਨੂੰ ਵੀ ਸੰਵਿਧਾਨਕ ਮਾਨਤਾ ਪ੍ਰਾਪਤ ਹੈ। ਭਾਰਤ ਸਾਰੇ ਰਾਜਾਂ ਵਿੱਚ ਇੱਕੋ ਤਰ੍ਹਾਂ ਦਾ ਪ੍ਰਸ਼ਾਸਨ ਦਾ ਲੋਕਲ ਗਵਰਨਮੈਂਟ ਦਾ ਢਾਂਚਾ ਸਥਾਪਿਤ ਕਰਨ ਲਈ ਸਾਡੇ ਸੰਵਿਧਾਨ ਦੇ ਵਿੱਚ 2 ਸੋਧਾਂ ਹੋਈਆਂ ਨੇ। 1993 ਵਿੱਚ 73ਵੀਂ ਸੰਵਿਧਾਨਕ ਸੋਧ ਅਤੇ 74ਵੀਂ ਸੰਵਿਧਾਨਕ ਸੋਧ। 73ਵੀਂ ਸੰਵਿਧਾਨਕ ਸੋਧ ਨੇ ਪਿੰਡਾਂ ਦੇ ਪੰਚਾਇਤੀ ਰਾਜ ਦੇ ਢਾਂਚੇ ਦਾ ਗਠਨ ਕੀਤਾ ਹੈ, ਇੱਕ ਸਟਰਕਚਰ ਬਣਾਇਆ ਹੈ ਕਿ ਸਾਰੇ ਰਾਜ ਇਸ ਤਰ੍ਹਾਂ ਦਾ ਕਾਨੂੰਨ ਬਣਾਉਣਗੇ ਜਿਹੜਾ ਇਸ ਢਾਂਚੇ ਨਾਲ ਮੇਲ ਖਾਂਦਾ ਹੋਵੇ। 3 ਤਰ੍ਹਾਂ ਦੇ 3 ਸਟੇਜੀ ਢਾਂਚਾ, 3 ਪੱਧਰੀ ਢਾਂਚਾ ਬਣਾਇਆ ਗਿਆ ਹੈ। ਪਿੰਡਾਂ 'ਚ ਪੰਚਾਇਤਾਂ, ਉਸ ਤੋਂ ਉੱਪਰ ਬਲਾਕ ਸਮਿਤੀਆਂ ਤੇ ਉਸ ਤੋਂ ਉੱਪਰ ਜ਼ਿਲ੍ਹਾ ਪ੍ਰੀਸ਼ਦਾਂ। ਇਹ ਜੋ ਪੇਂਡੂ ਖੇਤਰਾਂ ਦੀ ਲੋਕਲ ਗਵਰਨੈਂਸ ਹੈ ਉਸ ਨੂੰ ਰੈਗੂਲੇਟ ਕਰਨ ਲਈ ਬਣਾਇਆ ਗਿਆ ਹੈ। ਇਸ ਤੋਂ ਬਾਅਦ 74ਵੀਂ ਸੰਵਿਧਾਨਕ ਸੋਧ ਨਾਲ ਜੋ ਸ਼ਹਿਰੀ ਖੇਤਰਾਂ ਦਾ ਲੋਕਲ ਗਵਰਨੈਂਸ ਦਾ ਢਾਂਚਾ ਹੈ ਉਸ ਦਾ ਇੱਕ ਸਟਰਕਚਰ ਬਣਾਇਆ ਗਿਆ ਹੈ ਤੇ ਰਾਜਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਤੁਸੀਂ ਆਪਣੇ ਮਿਊਨਿਸਪੈਲਿਟੀਜ਼ ਦੇ ਐਕਟ ਨੇ ਜਿਹੜੇ ਉਹ ਇਸ ਦੀ ਲੋਅ ਦੇ ਵਿੱਚ ਉਹ ਬਣਾਉਣੇ ਹਨ। ਫਿਰ ਇਹਨਾਂ ਲੋਕਲ ਗਵਰਨੈਂਸ ਦੀਆਂ ਸੰਸਥਾਵਾਂ ਦੇ ਵਿੱਚ ਸਾਰੇ ਲੋਕਾਂ ਦੀ ਭਾਗੀਦਾਰੀ ਨਿਸ਼ਚਿਤ ਕਰਨ ਲਈ ਜਿਹੜੇ ਕਮਜ਼ੋਰ ਜਾਂ ਪਿੱਛੇ ਰਹਿ ਰਹੇ ਵਰਗ ਨੇ ਉਹਨਾਂ ਲਈ ਰਿਜ਼ਰਵੇਸ਼ਨ ਵੀ ਕੀਤੀ ਗਈ ਹੈ, ਜਿਵੇਂ SC ਵਰਗ, ST ਵਰਗ ਤੇ ਕੁਝ ਰਾਜਾਂ ਦੇ ਵਿੱਚ OBC ਲਈ ਵੀ ਕੁਝ ਸੀਟਾਂ ਰਾਖਵੀਆਂ ਹਨ ਤੇ ਹਰੇਕ ਕੈਟੇਗਰੀ ਦੇ ਵਿੱਚੋਂ 1/3 ਸੀਟਾਂ ਤੋਂ ਲੈ ਕੇ ਅੱਧੀਆਂ ਸੀਟਾਂ ਤੱਕ ਇਸਤਰੀਆਂ ਲਈ ਵੀ ਰਾਖਵੀਆਂ ਹਨ। ਇਸ ਤੋਂ ਬਿਨਾਂ ਸੰਵਿਧਾਨ ਦੇ ਵਿੱਚ 2 ਸ਼ਡਿਊਲ ਹੋਰ ਜੋੜੇ ਗਏ ਹਨ, ਅਨੁਸੂਚੀਆਂ ਹੋਰ ਜੋੜੀਆਂ ਗਈਆਂ ਹਨ। 11ਵੀਂ ਅਨੁਸੂਚੀ ਜਿਸ ਦੇ ਵਿੱਚ ਉਹਨਾਂ ਵਿਸ਼ਿਆਂ ਦੀ ਲਿਸਟ ਹੈ ਜਿਹੜੇ ਕੋਈ ਰਾਜ ਆਪਣੇ ਰਾਜ ਦੀਆਂ ਪੰਚਾਇਤਾਂ ਨੂੰ ਦੇ ਸਕਦਾ ਹੈ, ਉਹ ਸ਼ਕਤੀਆਂ ਦੀ ਲਿਸਟ ਹੈ। ਅਤੇ 12ਵੀਂ ਅਨੁਸੂਚੀ ਦੇ ਵਿੱਚ ਉਹਨਾਂ ਵਿਸ਼ਿਆਂ ਜਾਂ ਸ਼ਕਤੀਆਂ ਦੀ ਲਿਸਟ ਹੈ ਜਿਹੜੀਆਂ ਕੋਈ ਰਾਜ ਆਪਣੇ ਰਾਜ ਦੀਆਂ ਮਿਊਨਿਸਪੈਲਿਟੀਜ਼ ਨੂੰ ਦੇ ਸਕਦਾ ਹੈ। 16ਵੀਂ ਵਿਸ਼ੇਸ਼ਤਾ ਹੈ ਕਿ ਇੱਥੇ ਦਲ ਬਦਲੀ ਦੀ ਮਨਾਹੀ ਹੈ। ਦਲ ਬਦਲੀ ਕਿਉਂਕਿ ਸਾਡੇ ਲਈ ਬੜਾ ਹੀ ਖਤਰਨਾਕ ਸਿੱਧ ਹੋ ਰਹੀ ਸੀ। ਕੋਈ ਜੋ MLA ਜਾਂ MP ਹੈ ਇੱਕ ਪਾਰਟੀ ਦੀ ਟਿਕਟ ਤੇ ਚੋਣ ਲੜਦਾ ਸੀ, ਜਿੱਤਦਾ ਸੀ, ਦੂਜੀ ਪਾਰਟੀ ਕੋਈ ਲਾਲਚ ਦਿੰਦੀ ਸੀ ਜਾਂ ਖਰੀਦ ਲੈਂਦੀ ਸੀ ਉਸ ਨੂੰ, ਤਾਂ ਉਹ ਦੂਸਰੀ ਪਾਰਟੀ ਦੇ ਵਿੱਚ ਚਲਾ ਜਾਂਦਾ ਸੀ। ਇਹ ਇੱਕ ਧੋਖਾ ਹੁੰਦਾ ਸੀ ਉਸ ਦਾ ਵੋਟਰਾਂ ਨਾਲ, ਉਸ ਇਲਾਕੇ ਦੇ ਨਾਲ, ਕਿਉਂਕਿ ਉਹਨਾਂ ਨੇ ਉਸ ਨੂੰ ਇੱਕ ਹੋਰ ਪਾਰਟੀ ਦੀ ਟਿਕਟ ਤੇ ਜਿਤਾਇਆ ਹੁੰਦਾ ਸੀ। ਇਸ ਤੋਂ ਬਿਨਾਂ ਸਰਕਾਰਾਂ ਵੀ ਟੁੱਟਦੀਆਂ ਰਹਿੰਦੀਆਂ ਸੀ ਇਹਦੇ ਨਾਲ। ਇਸ ਨੂੰ ਭਾਰਤੀ ਰਾਜਨੀਤਿਕ ਪ੍ਰਬੰਧ ਦੇ ਵਿੱਚ ਹਾਰਸ ਟ੍ਰੇਡਿੰਗ ਵੀ ਕਿਹਾ ਜਾਂਦਾ ਹੈ ਕਿ MLA ਜਾਂ MP ਹਨ ਜਿਹੜੇ ਉਹ ਖਰੀਦੇ ਵੇਚੇ ਜਾਂਦੇ ਹਨ ਇਲੈਕਸ਼ਨ ਤੋਂ ਬਾਅਦ। ਇਸ ਬੁਰਾਈ ਤੋਂ ਛੁਟਕਾਰਾ ਪਾਉਣ ਲਈ ਸਾਡੇ ਸੰਵਿਧਾਨ ਦੇ ਵਿੱਚ ਪਹਿਲਾਂ 52nd ਅਮੈਂਡਮੈਂਟ ਕੀਤੀ ਗਈ, ਜਿਸ ਨੇ ਇਹ ਵਿਵਸਥਾ ਕੀਤੀ ਕਿ ਜੇ ਕੋਈ ਵੀ MLA ਜਾਂ MP ਆਪਣੀ ਪਾਰਟੀ ਬਦਲ ਲੈਂਦਾ ਹੈ ਜਿੱਤਣ ਤੋਂ ਬਾਅਦ ਤਾਂ ਉਸ ਨੂੰ ਆਪਣੀ MLA ਜਾਂ MP ਦੀ ਸੀਟ ਵੀ ਛੱਡਣੀ ਪਵੇਗੀ। ਪਰੰਤੂ ਇਹਦੇ ਵਿੱਚ ਇੱਕ ਚੋਰ ਮੋਰੀ ਸੀ। ਉਹ ਚੋਰ ਮੋਰੀ ਸੀ ਕਿ ਜੇ ਕਿਸੇ ਪਾਰਟੀ ਦੇ 1/3 ਮੈਂਬਰ ਆਪਣੀ ਪਾਰਟੀ ਬਦਲ ਲੈਂਦੇ ਹਨ ਤਾਂ ਉਹਨਾਂ ਨੂੰ ਸੀਟਾਂ ਛੱਡਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਇਸ ਨੂੰ ਪਾਰਟੀ ਬਦਲਣਾ ਨਹੀਂ, ਪਾਰਟੀ ਦੀ ਸਪਲਿਟ ਹੋਣਾ, ਦਫਾੜ ਹੋਣਾ ਮੰਨਿਆ ਜਾਵੇਗਾ।
ਉਦਾਹਰਨ ਦੇ ਲਈ ਜੇ ਕਿਸੇ ਪਾਰਟੀ ਦੇ 30 MLA ਜਿੱਤੇ ਹਨ, ਉਹਨਾਂ ਚੋਂ 10 ਛੱਡ ਕੇ ਚਲੇ ਜਾਂਦੇ ਹਨ ਤਾਂ ਉਹਨਾਂ ਨੂੰ ਸੀਟ ਛੱਡਣ ਦੀ ਜ਼ਰੂਰਤ ਨਹੀਂ ਪਵੇਗੀ। ਫਿਰ ਇਸ ਚੋਰ ਮੋਰੀ ਦਾ ਲਾਭ ਉਠਾਉਣਾ ਸ਼ੁਰੂ ਕੀਤਾ ਪੋਲੀਟੀਸ਼ੀਅਨਸ ਨੇ। ਉਹਨਾਂ ਨੇ ਇਕੱਲੇ ਦੀ ਬਜਾਏ ਗਰੁੱਪਾਂ ਦੇ ਵਿੱਚ ਪਾਰਟੀਆਂ ਛੱਡਣੀਆਂ ਸ਼ੁਰੂ ਕੀਤੀਆਂ। ਉਹਦੇ ਨਾਲ ਜਿਹੜੀ ਇਹ ਡਿਫੈਕਸ਼ਨ ਦੀ ਬੁਰਾਈ ਸੀ ਉਹ ਹੋਰ ਵੱਡਾ ਰੂਪ ਧਾਰਨ ਕਰ ਗਈ। ਫਿਰ ਇਸ ਨੂੰ ਬੰਦ ਕਰਨ ਲਈ, ਇਸ ਚੋਰ ਮੋਰੀ ਨੂੰ ਬੰਦ ਕਰਨ ਲਈ ਇੱਕ ਹੋਰ ਸੰਵਿਧਾਨਕ ਸੋਧ ਕੀਤੀ ਗਈ। 91st ਅਮੈਂਡਮੈਂਟ ਸਾਡੇ ਸੰਵਿਧਾਨ ਦੇ ਵਿੱਚ ਕੀਤੀ ਗਈ। ਇਹਦੇ ਨਾਲ ਵਿਵਸਥਾ ਕੀਤੀ ਗਈ ਆ ਕਿ ਜੇ 1/3 ਮੈਂਬਰ ਵੀ ਛੱਡ ਕੇ ਚਲੇ ਜਾਂਦੇ ਹਨ, ਉਹਨਾਂ ਨੂੰ ਵੀ ਆਪਣੀ ਸੀਟ ਛੱਡਣੀ ਪਵੇਗੀ ਵਿਧਾਨ ਸਭਾ ਜਾਂ ਲੋਕ ਸਭਾ ਦੀ। ਪਰੰਤੂ ਇਹਦੇ ਵਿੱਚ ਇੱਕ ਹੋਰ ਵੱਡੀ ਛੋਟ ਹੈ ਜਿਸ ਨੂੰ ਪੂਰੀ ਕਰਨਾ ਆਲਮੋਸਟ ਇੰਪੋਸੀਬਲ ਹੁੰਦਾ ਹੈ ਕਿ ਜੇ ਕਿਸੇ ਪਾਰਟੀ ਦੇ 2/3 ਮੈਂਬਰ ਛੱਡ ਕੇ ਚਲੇ ਜਾਣ ਤਾਂ ਫਿਰ ਉਹਨਾਂ ਨੂੰ ਸੀਟ ਛੱਡਣ ਦੀ ਲੋੜ ਨਹੀਂ ਪਵੇਗੀ। ਇਸ ਨੂੰ ਮਰਜਰ ਮੰਨਿਆ ਜਾਵੇਗਾ ਕਿ ਇਹ ਪੂਰੀ ਦੀ ਪੂਰੀ ਪਾਰਟੀ ਹੈ, ਕਿਸੇ ਦੂਸਰੀ ਪਾਰਟੀ ਦੇ ਵਿੱਚ ਮਰਜ ਹੋ ਗਈ ਹੈ। 2/3 ਮੈਂਬਰਾਂ ਦਾ ਭਾਵ ਹੈ ਕਿ ਜੇ ਕਿਸੇ ਪਾਰਟੀ ਦੇ 30 ਮੈਂਬਰ ਹਨ, ਉਹਨਾਂ ਚੋਂ 20 ਉਸ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ 'ਚ ਚਲੇ ਜਾਂਦੇ ਹਨ ਤਾਂ ਇਸ ਨੂੰ ਮਰਜਰ ਮੰਨਿਆ ਜਾਵੇਗਾ ਤੇ ਉਹਨਾਂ ਨੂੰ ਆਪਣੀ ਸੀਟ ਛੱਡਣ ਦੀ ਜ਼ਰੂਰਤ ਨਹੀਂ ਪਵੇਗੀ। ਪਰੰਤੂ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਹਨ ਕਿ 30 ਦੇ ਵਿੱਚੋਂ 20 ਮੈਂਬਰ ਨੇ ਜਿਹੜੇ ਉਹ ਪਾਰਟੀ ਛੱਡ ਕੇ ਕਿਸੇ ਦੂਸਰੀ ਪਾਰਟੀ ਦੇ ਵਿੱਚ ਮਿਲਣ। ਭਾਰਤੀ ਸੰਵਿਧਾਨ ਦੀ ਜੋ 10ਵੀਂ ਅਨੁਸੂਚੀ ਹੈ ਉਹ ਉਸ ਨੂੰ ਦਲ ਬਦਲੀ ਰੋਕੂ ਕਾਨੂੰਨ ਕਿਹਾ ਜਾਂਦਾ ਹੈ। 52ਵੀਂ ਅਤੇ 91ਵੀਂ ਸੰਵਿਧਾਨਕ ਸੋਧ ਦੋਵਾਂ ਨੇ ਸਾਡੇ ਉਸ 10ਵੀਂ ਅਨੁਸੂਚੀ ਨੂੰ ਪਹਿਲਾਂ ਬਣਾਇਆ ਤੇ ਫਿਰ ਉਸ ਦੇ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਹਨ। 17ਵੀਂ ਵਿਸ਼ੇਸ਼ਤਾ ਹੈ ਕਿ ਭਾਰਤ ਇੱਕ ਲਿਬਰਲ ਡੈਮੋਕ੍ਰੇਸੀ ਹੈ। ਲਿਬਰਲ ਡੈਮੋਕ੍ਰੇਸੀ ਦੀਆਂ ਜਿੰਨੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਉਹ ਸਾਨੂੰ ਸਾਡੇ ਸੰਵਿਧਾਨ ਦੇ ਵਿੱਚ ਮਿਲਦੀਆਂ ਹਨ, ਜਿਵੇਂ ਕਿ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਬਾਲਗ ਮਤ ਅਧਿਕਾਰ ਹੈ, ਨਿਸ਼ਚਿਤ ਸਮੇਂ ਬਾਅਦ ਚੋਣਾਂ ਹੁੰਦੀਆਂ ਹਨ, ਰਾਜਨੀਤਿਕ ਅਧਿਕਾਰਾਂ ਦੀ ਹੋਂਦ ਹੈ, ਅਸੀਂ ਆਪਣੀ ਰਾਜਨੀਤਿਕ ਪਾਰਟੀ ਬਣਾ ਸਕਦੇ ਹਾਂ, ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ, ਰਾਜ ਧਾਰਮਿਕ ਮਾਮਲਿਆਂ ਤੋਂ ਦੂਰ ਰਹਿੰਦਾ ਹੈ, ਰਾਜ ਦਾ ਕੋਈ ਸਰਕਾਰੀ ਧਰਮ ਨਹੀਂ ਹੈ। ਇਹ ਸਾਰੀਆਂ ਵਿਸ਼ੇਸ਼ਤਾਵਾਂ ਇੱਕ ਉਦਾਰਵਾਦੀ ਲੋਕਤੰਤਰ ਦੀਆਂ ਵਿਸ਼ੇਸ਼ਤਾਵਾਂ ਮੰਨੀਆਂ ਜਾਂਦੀਆਂ ਹਨ ਤੇ ਸਾਰੀਆਂ ਹੀ ਸਾਨੂੰ ਸਾਡੇ ਸੰਵਿਧਾਨ ਦੇ ਵਿੱਚ ਮਿਲਦੀਆਂ ਹਨ। 18ਵੀਂ ਵਿਸ਼ੇਸ਼ਤਾ ਕਹੀ ਜਾ ਸਕਦੀ ਹੈ ਕਿ ਇੱਥੇ ਰੂਲ ਆਫ ਲਾ ਹੈ, ਕਾਨੂੰਨ ਦਾ ਸ਼ਾਸਨ ਹੈ। ਇੱਥੇ ਕੋਈ ਵਿਅਕਤੀ ਜਾਂ ਕੋਈ ਅਹੁਦਾ ਉੱਚਾ ਨਹੀਂ ਹੈ, ਇੱਥੇ ਕਾਨੂੰਨ ਉੱਚਾ ਹੈ ਤੇ ਸਭ ਤੋਂ ਉੱਚਾ ਹੈ ਜੋ ਉਹ ਸਰਵਉੱਚ ਕਾਨੂੰਨ ਭਾਵ ਸੰਵਿਧਾਨ ਹੈ। ਸਾਰੇ ਵਿਅਕਤੀਆਂ ਲਈ ਇੱਕ ਸਮਾਨ ਕਾਨੂੰਨ ਨੇ, ਚਾਹੇ ਉਹ ਕਿਸੇ ਧਰਮ ਨਾਲ ਬਿਲੋਂਗ ਕਰਦੇ ਹੋਣ, ਕਿਸੇ ਕਾਸਟ ਨਾਲ ਬਿਲੋਂਗ ਕਰਦੇ ਹੋਣ, ਤੇ ਸਾਰੇ ਵਿਅਕਤੀ ਨੇ ਜਿਹੜੇ ਉਹ ਕਾਨੂੰਨ ਦੇ ਅਧੀਨ ਨੇ। ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ। ਕਿਸੇ ਵੀ ਵਿਅਕਤੀ ਨੂੰ ਉਨਾ ਚਿਰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿੰਨਾ ਚਿਰ ਉਸ ਨੇ ਕਾਨੂੰਨ ਨਾ ਤੋੜਿਆ ਹੋਵੇ, ਅਤੇ ਇੱਕ ਵਾਰੀ ਕਾਨੂੰਨ ਤੋੜਨ ਦੀ ਸਜ਼ਾ ਹੈ ਜੋ ਇੱਕ ਵਾਰੀ ਹੀ ਦਿੱਤੀ ਜਾ ਸਕਦੀ ਹੈ। ਕਿਸੇ ਵਿਅਕਤੀ ਨੂੰ ਆਪਣੇ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਕਾਨੂੰਨ ਦੇ ਸ਼ਾਸਨ ਦੀਆਂ ਜੋ ਵਿਸ਼ੇਸ਼ਤਾਵਾਂ ਮੰਨੀਆਂ ਜਾਂਦੀਆਂ ਹਨ ਉਹ ਸਾਰੀਆਂ ਸਾਨੂੰ ਭਾਰਤ ਦੇ ਵਿੱਚ ਮਿਲਦੀਆਂ ਹਨ। ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਇਸ ਸਿੱਟੇ ਤੇ ਪਹੁੰਚ ਸਕਦੇ ਹਾਂ ਕਿ ਭਾਰਤ ਦਾ ਜੋ ਸੰਵਿਧਾਨ ਹੈ ਹੋਰ ਦੇਸ਼ਾਂ ਦੀਆਂ ਚੰਗੀਆਂ ਵਿਵਸਥਾਵਾਂ ਦਾ ਅਧਿਐਨ ਕਰਕੇ ਉਹਨਾਂ ਨੂੰ ਭਾਰਤੀ ਹਾਲਾਤ ਦੇ ਅਨੁਸਾਰ ਢਾਲ ਕੇ ਬਣਾਇਆ ਗਿਆ ਹੈ। ਜਿਹੜੀ ਸਾਡੀ ਸੰਵਿਧਾਨ ਸਭਾ ਬਣੀ ਸੀ ਉਸ ਦੀ ਲਾਇਬ੍ਰੇਰੀ ਦੇ ਵਿੱਚ ਦੁਨੀਆ ਭਰ ਦੇ ਸੰਵਿਧਾਨ ਮੌਜੂਦ ਸੀ, ਤਾਂ ਕਿ ਕਿਸੇ ਵੀ ਸੰਵਿਧਾਨ ਦੇ ਵਿੱਚ ਜੇ ਕੋਈ ਚੰਗੀ ਗੱਲ ਹੈ ਤਾਂ ਉਸ ਨੂੰ ਅਡਾਪਟ ਕੀਤਾ ਜਾ ਸਕੇ। ਜੇ ਕੋਈ ਸੰਵਿਧਾਨ ਡੁੱਬਿਆ ਹੈ, ਕਿਸੇ ਰਾਜ ਦਾ ਕੋਈ ਨੁਕਸਾਨ ਹੋਇਆ ਹੈ ਉਸ ਸੰਵਿਧਾਨ ਦੇ ਅਧੀਨ ਚੱਲਦੇ ਹੋਏ, ਤਾਂ ਉਸ ਤੋਂ ਅਵੋਇਡ ਕੀਤਾ ਜਾ ਸਕੇ। ਇਸ ਵਿੱਚ ਇਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਵੀ ਸਾਨੂੰ ਮਿਲਦੀਆਂ ਹਨ ਜੋ ਸਾਨੂੰ ਦੂਜੇ ਦੇਸ਼ਾਂ ਦੇ ਸੰਵਿਧਾਨਾਂ ਵਿੱਚ ਨਹੀਂ ਮਿਲਦੀਆਂ, ਕਿਉਂਕਿ ਸਾਡਾ ਇੱਕ ਵਿਸ਼ੇਸ਼ ਤਰ੍ਹਾਂ ਦਾ ਸੋਸ਼ਲ ਸਟਰਕਚਰ ਹੈ। ਸਾਡੇ ਧਰਮ ਦੇ ਆਧਾਰ ਤੇ, ਸਾਡੇ ਖੇਤਰ ਦੇ ਆਧਾਰ ਤੇ, ਸਾਡੇ ਭਾਸ਼ਾ ਦੇ ਆਧਾਰ ਤੇ ਬਹੁਤ ਜ਼ਿਆਦਾ ਵਖਰੇਵੇਂ ਹਨ ਜਿਹੜੇ ਕਿ ਬਹੁਤੇ ਰਾਜਾਂ ਦੇ ਵਿੱਚ ਨਹੀਂ ਹੁੰਦੇ। ਸਾਡੀ ਸੰਵਿਧਾਨ ਸਭਾ ਦਾ ਉਦੇਸ਼ ਇਸ ਤਰ੍ਹਾਂ ਦੇ ਸੰਵਿਧਾਨ ਦਾ ਨਿਰਮਾਣ ਕਰਨਾ ਸੀ ਜਿਹੜਾ ਸਾਡੀ ਰਾਜਨੀਤਿਕ ਏਕਤਾ ਨੂੰ ਸਥਿਰ ਰੱਖ ਸਕੇ, ਸਾਰੇ ਵਰਗਾਂ ਦਾ ਭਰੋਸਾ ਸਾਡੇ ਸੰਵਿਧਾਨ ਦੇ ਵਿੱਚ ਕਾਇਮ ਰੱਖ ਸਕੇ। ਇਸ ਲਈ ਸਾਡੇ ਸੰਵਿਧਾਨ ਦੇ ਵਿੱਚ ਕੁਝ ਭਾਗਾਂ ਨੂੰ ਕਠੋਰ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਪਾਰਲੀਮੈਂਟ ਜਲਦੀ ਨਹੀਂ ਸੋਧ ਸਕਦੀ। ਕੁਝ ਭਾਗਾਂ ਦੇ ਵਿੱਚ ਲਚਕਤਾ ਰੱਖੀ ਗਈ ਹੈ ਤਾਂ ਕਿ ਸੰਵਿਧਾਨ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਦਾ ਰਹੇ। ਸ਼ਕਤੀਸ਼ਾਲੀ ਕੇਂਦਰ ਵਾਲਾ ਸੰਘੀ ਢਾਂਚਾ ਸਥਾਪਿਤ ਕੀਤਾ ਗਿਆ ਹੈ, ਗਹਿਰੀ ਨਾਗਰਿਕਤਾ ਹੈ ਅਤੇ ਰਾਸ਼ਟਰਪਤੀ ਨੂੰ ਐਮਰਜੈਂਸੀ ਪਾਵਰਸ ਦਿੱਤੀਆਂ ਗਈਆਂ ਹਨ ਤਾਂ ਕਿ ਜੇਕਰ ਕੋਈ ਰੂਟੀਨ ਦੀਆਂ ਪਾਵਰਸ ਤੋਂ ਹਟ ਕੇ ਰਾਸ਼ਟਰਪਤੀ ਨੂੰ ਜਾਂ ਸਰਕਾਰ ਨੂੰ ਵਰਤਣੀਆਂ ਪੈਣ ਤਾਂ ਸੰਵਿਧਾਨ ਤੋਂ ਬਾਹਰ ਨਾ ਜਾਣਾ ਪਵੇ। ਸੰਵਿਧਾਨ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ। ਇਹਨਾਂ ਸਾਰੇ ਤੱਥਾਂ ਕਾਰਨ ਭਾਰਤੀ ਸੰਵਿਧਾਨ ਹੈ ਜੋ ਉਹ ਸਾਡੇ ਦੇਸ਼ ਦੇ ਰੰਗ ਬਰੰਗਾ ਹੋਣ ਦੇ ਬਾਵਜੂਦ, ਸਾਡੇ ਬਹੁਤ ਜ਼ਿਆਦਾ ਵਖਰੇਵੇਂ ਹੋਣ ਦੇ ਬਾਵਜੂਦ ਸਾਨੂੰ ਇਕੱਠੇ ਰੱਖਣ ਦੇ ਵਿੱਚ, ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣਾਉਣ ਦੇ ਵਿੱਚ, ਸਭ ਤੋਂ ਵੱਡੀ ਰਿਪਬਲਿਕ ਬਣਾਉਣ ਦੇ ਵਿੱਚ ਕਾਮਯਾਬ ਰਿਹਾ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।